मैं हाँ विक्रम सिंह। इस वेले दी सब तो वड्डी खबर जुड़ी हुई है श्रोमणी अकाली दल दे नाल। श्रोमणी अकाली दल दे नाल जुड़ी सब तो वड्डी खबर है। श्रोमणी अकाली दल ने अपना जथेबंदक ढांचा जो पार्टी का है उसनू भंग कर दिता है। वड्डी खबर है इस वेले दी। श्रोमणी अकाली दल ने पार्टी का जो संगठनात्मक ढांचा है, जो पार्टी का ढांचा है, उसनू भंग कर दिता है। सारे अहुदेदारां दीयां नियुक्तियां नू रद्द कर दिता गया है। जिन्ने भी प्रधान लाए गए सी, सिर्फ श्रोमणी अकाली दल के प्रधान सुखबीर सिंह बादल नूं छड्ड के, उन्हां दी प्रधानगी दे अहुदे नूं छड्ड के बाकी सारे अहुदेदारां दीयां नियुक्तियां नूं रद्द कर दिता गया है। वड्डी खबर इस वेले दी, क्योंकि श्रोमणी अकाली दल दे विच लगातार इस चीज नूं लैके सवाल उठ रहे सी कि आखिर किस तरीके नाल रिवाइवल होवे। श्रोमणी अकाली दल दा ग्राफ लगातार क्यों डिग्या, इस दी वजह की है और इस नूं किवें रिवाइवल वल लिजांदा जावे, इस चीज नूं लैके लगातार सुखबीर सिंह बादल भी खासे एक्टिव नजर आ रहे सी पिछले दिनों तो। और झुंदा कमेटी दीयां सिफारिशां नूं लागू करन दी जिहड़ी गल कही गई सी और उसे दे बिहाफ ते, उसे दे आधार ते वड्डा फैसला लिया गया है और उसे दे आधार ते वड्डी कार्रवाई की गई है। श्रोमणी अकाली दल दे वल्लों वड्डा फैसला लिया गया है। जथेबंदक ढांचा जो है श्रोमणी अकाली दल दा पार्टी दा जिहड़ा ढांचा है उसनूं भंग कर दिता गया है। इस वेले दी वड्डी खबर है श्रोमणी अकाली दल दे नाल जुड़ी वड्डी खबर, क्योंकि श्रोमणी अकाली दल नूं लैके लगातार सवाल हो रहे सी। लगातार कहा जा रहा सी कि श्रोमणी अकाली दल दा रिवाइवल पॉसिबल किवें है, किस तरीके दे नाल पॉसिबल हो सकता है, रिवाइव किवें करेगा श्रोमणी अकाली दल, क्योंकि जिस तरीके दे नाल करारी हार मिली है 2022 ਦੀਆਂ ਚੋਣਾਂ ਦੇ ਵਿੱਚ ਵੀ। ਉਸ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ 2017 ਦੀਆਂ ਚੋਣਾਂ ਦੇ ਵਿੱਚ ਬੇਸ਼ੱਕ ਕੁਝ ਇੱਕ ਵਿਧਾਇਕ ਜਿੱਤ ਕੇ ਵਿਧਾਨ ਸਭਾ ਪਹੁੰਚਦੇ ਆ, ਪਰ ਇਸ ਵਾਰ ਇਹੋ ਜਿਹਾ ਕੀ ਹੋ ਗਿਆ ਕਿ 2022 ਦੇ ਵਿੱਚ ਲੋਕਾਂ ਦਾ ਮੋਹ ਭੰਗ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਤੋਂ ਖੁਦ ਸੁਖਬੀਰ ਸਿੰਘ ਬਾਦਲ ਹਾਰ ਜਾਂਦੇ ਆ, ਪ੍ਰਕਾਸ਼ ਸਿੰਘ ਬਾਦਲ ਹਾਰ ਜਾਂਦੇ ਆ ਔਰ ਜਿਨ੍ਹਾਂ ਨੂੰ ਪੰਜਾਬ ਦੀ ਸਿਆਸਤ ਦਾ ਬਾਬਾ ਬੋੜ ਕਿਹਾ ਜਾਂਦਾ ਉਹ ਖੁਦ ਹਾਰ ਜਾਂਦੇ ਆ ਚੋਣ। ਔਰ ਇਸ ਤੋਂ ਲੈ ਕੇ ਇਸ ਨੂੰ ਲੈ ਕੇ ਵੀ ਲਗਾਤਾਰ ਚਿੰਤਾ ਕੀਤੀ ਜਾ ਰਹੀ ਸੀ। ਚਿੰਤਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲਗਾਤਾਰ ਜ਼ਾਹਿਰ ਕੀਤੀ ਜਾ ਰਹੀ ਸੀ ਇਸ ਚੀਜ਼ ਨੂੰ ਲੈ ਕੇ ਕਿ ਹੁਣ ਦੱਸਦੇ ਹਾਂ ਤੁਹਾਨੂੰ ਕਿ ਅਕਾਲੀ ਦਲ ਨੇ ਪਾਰਟੀ ਦਾ ਜਿਹੜਾ ਢਾਂਚਾ ਇਸ ਨੂੰ ਭੰਗ ਕਰ ਦਿੱਤਾ ਹੈ। ਪਾਰਟੀ ਦੇ ਜਨਰਲ ਸੈਕਟਰੀ ਤੇ ਸੈਕਟਰੀ ਵੀ ਹਟਾਏ ਗਏ ਨੇ। ਕੋਰ ਕਮੇਟੀ ਤੇ ਵਰਕਿੰਗ ਕਮੇਟੀ ਸਮੇਤ ਸਾਰੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਰੱਦ ਕਰ ਦਿੱਤੀਆਂ ਗਈਆਂ ਨੇ। ਝੁੰਦਾ ਕਮੇਟੀ ਤੇ ਸੀਨੀਅਰ ਲੀਡਰਸ਼ਿਪ ਦੀ ਸਲਾਹ ਤੇ ਫੈਸਲਾ ਲਿਆ ਗਿਆ ਹੈ। ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਖੁਦ ਫੀਲਡ 'ਚ ਨਿਕਲਣਗੇ ਸੁਖਬੀਰ ਸਿੰਘ ਬਾਦਲ। ਇਹ ਫੈਸਲਾ ਹੋ ਚੁੱਕਿਆ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਪਿਛਲੇ ਦਿਨਾਂ ਤੋਂ ਲਗਾਤਾਰ ਸਰਗਰਮ ਨੇ। ਅੱਜ ਵੀ ਖੁਦ ਉਹ ਪਹੁੰਚਦੇ ਆ ਜਿਸ ਤਰੀਕੇ ਦੇ ਨਾਲ ਚੰਦੂ ਮਾਜਰਾ ਉਹਨਾਂ ਦੇ ਘਰ, ਉਹਨਾਂ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚਦੇ ਆ। ਦੱਸਿਆ ਜਾ ਰਿਹਾ ਕਿ ਚੰਦੂ ਮਾਜਰਾ ਨਾਰਾਜ਼ਗੀ ਜ਼ਾਹਿਰ ਕਰ ਰਹੇ ਸੀ ਔਰ ਚੰਦੂ ਮਾਜਰਾ ਦੇ ਘਰ ਖੁਦ ਪਹੁੰਚਦੇ ਸੁਖਬੀਰ ਬਾਦਲ ਔਰ ਨੌਜਵਾਨਾਂ ਨੂੰ ਪਾਰਟੀ 'ਚ ਵੱਡੀ ਥਾਂ ਮਿਲਣ ਜਾ ਰਹੀ ਹੈ, ਨੌਜਵਾਨਾਂ ਤੇ ਦਾਅ ਖੇਡਣ ਜਾ ਰਹੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣੇ ਰਹਿਣਗੇ। ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣੇ ਰਹਿਣਗੇ, ਪਰ ਬਾਕੀ ਨਿਯੁਕਤੀਆਂ ਸਾਰੀਆਂ ਰੱਦ ਕਰ ਦਿੱਤੀਆਂ ਗਈਆਂ ਨੇ। ਭਾਵੇਂ ਕੋਈ ਹਲਕੇ ਦਾ ਪ੍ਰਧਾਨ ਸੀ, ਕੋਈ ਕਿੱਥੋਂ ਦਾ ਪ੍ਰਧਾਨ ਸੀ, ਸਾਰੀਆਂ ਜਿਹੜੀਆਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਇਸ ਵੇਲੇ ਦੀ ਵੱਡੀ ਖਬਰ ਹੈ। ਸ਼੍ਰੋਮਣੀ ਅਕਾਲੀ ਦਲ ਨੇ ਆਖਰਕਾਰ ਇਹ ਵੱਡਾ ਫੈਸਲਾ ਲੈ ਹੀ ਲਿਆ ਕਿਉਂਕਿ ਕੋਰ ਕਮੇਟੀ ਤੇ ਵਰਕਿੰਗ ਕਮੇਟੀ ਸਮੇਤ ਸਾਰੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਝੁੰਦਾ ਕਮੇਟੀ ਤੇ ਸੀਨੀਅਰ ਲੀਡਰਸ਼ਿਪ ਦੀ ਸਲਾਹ ਤੇ ਫੈਸਲਾ ਲਿਆ ਗਿਆ ਹੈ। ਪਾਰਟੀ ਨੂੰ ਮਜ਼ਬੂਤ ਕਰਨ ਲਈ ਖੁਦ ਫੀਲਡ 'ਚ ਨਿਕਲਣ ਜਾ ਰਹੇ ਨੇ ਸੁਖਬੀਰ ਸਿੰਘ ਬਾਦਲ। ਇਸ ਤਰ੍ਹਾਂ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਵੱਡੀ ਖਬਰ ਇਸ ਵੇਲੇ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਡੀ ਹਲਚਲ ਤੇਜ਼ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਔਰ ਪਾਰਟੀ ਨੇ ਆਪਣਾ ਜਥੇਬੰਦਕ ਢਾਂਚਾ ਸਾਰਾ ਹੈ ਉਸ ਨੂੰ ਭੰਗ ਕਰ ਦਿੱਤਾ ਗਿਆ ਹੈ। ਪਾਰਟੀ ਨੇ ਵੱਡਾ ਫੈਸਲਾ ਲਿਆ ਕਿਉਂਕਿ ਇਹ ਫੈਸਲਾ ਬਹੁਤ ਰਿਸਕ ਭਰਿਆ ਵੀ ਹੈ ਔਰ ਪਰ ਪਾਰਟੀ ਦੇ ਕੋਲ ਖੇਡਣ ਲਈ ਕਿਹਾ ਜਾ ਰਿਹਾ ਜਾਂ ਪਾਰਟੀ ਦੇ ਕੋਲ ਰਿਸਕ ਲੈਣ ਦੇ ਲਈ ਜਾਂ ਪਾਰਟੀ ਦੇ ਕੋਲ ਕਿਹਾ ਜਾ ਰਿਹਾ ਕਿ ਸਮਾਂ ਹੈਗਾ, ਐਕਸਪੈਰੀਮੈਂਟ ਕੀਤਾ ਜਾ ਸਕਦਾ ਹੈ ਔਰ ਕਿਉਂਕਿ ਅਜੇ ਚੋਣਾਂ ਦੇ ਵਿੱਚ ਸਮਾਂ ਪਿਆ ਹੈ, ਚੋਣਾਂ ਦੇ ਵਿੱਚ ਕਾਫੀ ਸਮਾਂ ਹੈ ਔਰ ਇਸ ਚੀਜ਼ ਨੂੰ ਲੈ ਕੇ ਰਿਸਕ ਲਿਆ ਜਾ ਸਕਦਾ ਹੈ। ਪਰ ਇਸੇ ਰਿਸਕ ਨੂੰ ਲੈਣ ਤੋਂ ਡਰਦਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ, ਪਰ ਹੁਣ ਵੱਡਾ ਰਿਸਕ ਕਿਹਾ ਜਾ ਸਕਦਾ ਹੈ ਔਰ ਨਵੇਂ ਕਿਹੜੇ ਚਿਹਰੇ ਹੋਣਗੇ ਉਹਨਾਂ ਦੀ ਚੋਣ ਕਰਨੀ ਵੀ ਬਹੁਤ ਔਖੀ ਹੈ ਕਿਉਂਕਿ ਕਿਹੜੇ ਚਿਹਰੇ ਨੂੰ ਮੌਕਾ ਦੇਣਾ ਹੈ, ਕਿਸ ਨੂੰ ਕਿੱਥੇ ਲਗਾਇਆ ਜਾਣਾ, ਇਸ ਚੀਜ਼ ਨੂੰ ਲੈ ਕੇ ਵੱਡਾ ਰਿਸਕ ਕਿਹਾ ਜਾ ਸਕਦਾ ਹੈ ਅਕਾਲੀ ਦਲ ਨੇ ਲਿਆ। ਪਰ ਇਹ ਦਾ ਖੇਡਿਆ ਵੱਡਾ ਅਕਾਲੀ ਦਲ ਨੇ ਦੇਖਣਾ ਹੋਏਗਾ ਕੀ ਇਸ ਦੇ ਵਿੱਚ, ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਬੇਸ਼ੱਕ ਲੋਕਾਂ ਨੇ ਸਵਾਲ ਉਠਾਏ ਪਰ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੈ ਕੌਣ ਹੋਰ ਕੈਪੇਬਲ, ਇਸ ਤਰ੍ਹਾਂ ਦੇ ਸਵਾਲ ਵੀ ਵਿੱਚ ਕਮੇਟੀ ਦੇ ਵਿੱਚ ਉੱਠੇ। 5 ਘੰਟੇ ਲਗਾਤਾਰ ਮੀਟਿੰਗ ਚੱਲਦੀ ਹੈ ਕੋਰ ਕਮੇਟੀ ਦੀ ਔਰ ਉਸ ਦੇ ਦੌਰਾਨ ਨਿਕਲ ਕੇ ਆਇਆ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣੇ ਰਹਿਣਗੇ ਔਰ ਝੁੰਦਾ ਕਮੇਟੀ ਦੀਆਂ ਸਿਫਾਰਿਸ਼ਾਂ ਜੋ ਨੇ ਉਹ ਲਾਗੂ ਕੀਤੀਆਂ ਜਾਣਗੀਆਂ। ਕੋਰ ਕਮੇਟੀ ਤੇ ਵਰਕਿੰਗ ਕਮੇਟੀ ਸਮੇਤ ਸਾਰੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਰੱਦ ਕਰ ਦਿੱਤੀਆਂ ਗਈਆਂ ਨੇ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵਾਂ ਢਾਂਚਾ, ਨਵਾਂ ਜਥੇਬੰਦਕ ਢਾਂਚਾ ਜਿਹੜਾ ਹੈ ਉਹ ਸੈੱਟ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ ਸ਼੍ਰੋਮਣੀ ਅਕਾਲੀ ਦਲ ਔਰ ਸੁਖਬੀਰ ਸਿੰਘ ਬਾਦਲ ਖੁਦ ਫੀਲਡ ਦੇ ਵਿੱਚ ਨਿਕਲਣਗੇ। ਨੌਜਵਾਨਾਂ ਨੂੰ ਪਾਰਟੀ ਦੇ ਵਿੱਚ ਵੱਡੀ ਜਗ੍ਹਾ
ਮਿਲ ਸਕਦੀ ਆ। ਅੱਜ ਹੀ ਜਗਮੀਤ ਬਰਾੜ ਹੁਣਾਂ ਨੇ ਵੀ ਚਿੱਠੀ ਲਿਖੀ ਸੀ। ਜਿਸ ਤਰੀਕੇ ਦੇ ਨਾਲ ਜਗਮੀਤ ਬਰਾੜ ਚਿੱਠੀ ਲਿਖਦੇ ਨੇ ਔਰ ਜਗਮੀਤ ਬਰਾੜ ਹੁਣਾਂ ਨੇ ਚਿੱਠੀ ਲਿਖ ਕੇ ਕਿਹਾ ਕਿ ਸਾਰੇ ਅਹੁਦੇਦਾਰਾਂ ਤੋਂ ਅਸਤੀਫੇ ਲਏ ਜਾਣ, ਸਾਰੇ ਅਹੁਦੇਦਾਰਾਂ ਦੀਆਂ ਜਿਹੜਾ ਉਹਨਾਂ ਨੂੰ ਅਹੁਦੇ ਛੱਡਣੇ ਚਾਹੀਦੇ ਆ। ਇਹ ਗੱਲ ਕਹੀ ਸੀ ਜਗਮੀਤ ਸਿੰਘ ਬਰਾੜ ਹੁਣਾਂ ਨੇ। ਔਰ ਇਸ ਚੀਜ਼ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੋ ਧੜੇ ਸੀ। ਉਹਨਾਂ ਦੇ ਵੱਲੋਂ ਕਿਸੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਨਹੀਂ ਹੋਣਾ ਚਾਹੀਦਾ, ਕਿਸੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਪੂਰਾ ਜਿਹੜਾ ਸਿਸਟਮ ਹੈ, ਪੂਰਾ ਢਾਂਚਾ ਹੈ, ਇਸ ਨੂੰ ਤਬਦੀਲ ਕੀਤਾ ਜਾਵੇ, ਇਸ ਪੂਰੇ ਢਾਂਚੇ ਨੂੰ ਚੇਂਜ ਕੀਤਾ ਜਾਣਾ ਚਾਹੀਦਾ ਹੈ। ਤਾਂ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪੂਰਾ ਜੋ ਜਥੇਬੰਦਕ ਢਾਂਚਾ ਹੈ ਉਸ ਨੂੰ ਬਦਲਿਆ ਹੈ। ਜਗਮੀਤ ਸਿੰਘ ਬਰਾੜ ਹੁਣਾਂ ਨੇ ਵੀ ਆ ਚਿੱਠੀ ਲਿਖੀ ਹੈ ਪ੍ਰੋ ਪੰਜਾਬ ਟੀਵੀ ਤੇ, ਉਹਨਾਂ ਨੇ ਦੱਸਿਆ ਵੀ ਸੀ। ਤਾਂ ਜਗਮੀਤ ਸਿੰਘ ਬਰਾੜ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜਗਮੀਤ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ। ਬਹੁਤ-ਬਹੁਤ ਮਿਹਰਬਾਨੀ, ਬਹੁਤ-ਬਹੁਤ ਧੰਨਵਾਦ। ਜਗਮੀਤ ਜੀ, ਕਿਵੇਂ ਦੇਖਦੇ ਹੋ? ਸਭ ਤੋਂ ਪਹਿਲਾਂ ਤਾਂ ਤੁਸੀਂ ਚਿੱਠੀ ਵੀ ਲਿਖੀ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ, ਔਰ ਉਸ ਤੋਂ ਬਾਅਦ ਹੁਣ ਜਥੇਬੰਦਕ ਢਾਂਚਾ ਜੋ ਹੈ ਉਸ ਨੂੰ ਪੂਰੇ ਨੂੰ ਭੰਗ ਕਰ ਦਿੱਤਾ ਗਿਆ ਹੈ। ਪਹਿਲਾਂ ਤਾਂ ਮੈਂ ਇਹ ਕਹਿ ਚੁੱਕਿਆ ਕਿ ਬਹੁਤ ਵੱਡਾ ਮਾਣ ਹੈ ਮੈਨੂੰ ਪ੍ਰੋ ਪੰਜਾਬ ਔਰ ਮੀਡੀਆ ਤੇ, ਜਿਨ੍ਹਾਂ ਨੇ ਬੜੇ ਸਹੀ ਸੰਦਰਭ ਦੇ ਵਿੱਚ ਵਰਡ ਟੂ ਵਰਡ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ, ਪਾਰਟੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੁਝ ਮੈਂ ਪੁਆਇੰਟ ਕਹੇ, ਉਹਨਾਂ ਦਾ ਆਪਨੇ ਵਰਣਨ ਕੀਤਾ। ਮੈਂ ਬਹੁਤ ਉਸ ਗੱਲ ਲਈ ਤੁਹਾਡਾ ਰਿਣੀ ਹਾਂ। ਇਸ ਤੋਂ ਅੱਗੇ ਜਾ ਕੇ, ਕਿਉਂਕਿ ਇਹ ਪ੍ਰੈਰੋਗੇਟਿਵ ਕੱਲ ਕੋਰ ਕਮੇਟੀ ਨੇ, ਹਾਲਾਂਕਿ ਕੋਰ ਕਮੇਟੀ ਦੇ ਵਿੱਚ ਓਪੀਨੀਅਨ ਜਿਹੜਾ ਹੈ ਝੁੰਦਾ ਕਮੇਟੀ ਰਿਪੋਰਟ ਦਾ ਜਦੋਂ ਪੜ੍ਹੀ ਗਈ ਸਾਰੀ, ਤਾਂ ਉਹਦੇ ਵਿੱਚੋਂ ਕੁਝ ਮੈਂਬਰਸ ਦਾ ਇਹ ਵਿਊ ਸੀਗਾ ਜ਼ਰੂਰ ਕਿ ਇਹ ਟੌਪ ਟੂ ਬਾਟਮ ਚੇਂਜਸ ਹੋਣੀਆਂ ਚਾਹੀਦੀਆਂ, ਰਾਈਟ ਫਰੋਮ ਦਾ ਪ੍ਰੈਜ਼ੀਡੈਂਟ ਅਪ ਟਿਲ ਅ ਵਰਕਰ, ਜਿਹੜਾ ਪ੍ਰੈਜ਼ੀਡੈਂਟ ਹੈ ਬਲਾਕ ਦਾ, ਉੱਥੋਂ ਤੱਕ ਆਪਾਂ ਨੂੰ ਸਾਰਾ ਇਹ ਕਰਨਾ ਚਾਹੀਦਾ। ਲੇਕਿਨ ਦਾ ਬ੍ਰੌਡਰ ਵਿਊ ਜਿਹੜਾ ਸਾਹਿਬ ਬਲਵਿੰਦਰ ਸਿੰਘ ਭੁੰਦਰ ਹੋਰਾਂ ਨੇ ਬੜੀ ਸਮਝ ਤੇ ਸੂਝ ਨਾਲ, ਮੈਂ ਕਹਾਂਗਾ, ਮੈਂ ਇਹਨੂੰ ਰਿਪੀਟ ਕਰਦਾ, ਬਹੁਤ ਸਮਝ, ਸੂਝ ਔਰ ਬੈਲੈਂਸ ਨਾਲ ਉਹਨਾਂ ਨੇ ਇੱਕ ਮਿਡਲ ਪਾਥ ਦਾ ਜਿਹੜਾ ਜ਼ਿਕਰ ਉੱਥੇ ਕੀਤਾ ਸੀਗਾ। ਉਹ ਕਿਉਂਕਿ ਝੁੰਦਾ ਕਮੇਟੀ ਦੀ ਅਜੇ ਬਾਕੀ ਹੈ, ਅਜੇ ਤੱਕ ਤਾਂ ਉਹਦਾ ਟ੍ਰੇਲਰ ਵੀ ਸ਼ੁਰੂ ਨਹੀਂ ਹੋਇਆ, ਅਜੇ ਤੱਕ ਤਾਂ ਉਹਦੀ ਡਿਸਕਸ਼ਨ, ਉਹਦੇ ਤੇ ਗੱਲਬਾਤ ਹੋਣੀ ਸੀ। ਲੇਕਿਨ ਇਹ ਜਥੇਬੰਦਕ ਢਾਂਚਾ, ਇਹ ਪ੍ਰੈਰੋਗੇਟਿਵ ਹੈ ਪ੍ਰੈਜ਼ੀਡੈਂਟ, ਜੋ ਕਿ ਉਹਨਾਂ ਨੂੰ ਅਧਿਕਾਰ ਕੱਲ ਦੇ ਦਿੱਤੇ ਸਨ ਕੋਰ ਕਮੇਟੀ ਨੇ, ਉਹਨਾਂ ਨੇ ਇਹ ਫੈਸਲਾ ਲੈ ਲਿਆ। ਮੈਂ ਆਪਦੇ ਵੱਲੋਂ ਆਪਦੇ ਸੁਝਾਅ ਇਮਾਨਦਾਰੀ ਨਾਲ ਪੰਜਾਬ ਦੇ ਵਡੇਰੇ ਹਿੱਤਾਂ ਲਈ ਦਿੱਤੇ ਸਨ, ਇਸ ਲਈ ਇਹ ਉਹਨਾਂ ਦਾ ਆਪਣਾ ਫੈਸਲਾ ਹੈ। ਰਿਵਾਈਵਲ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ। ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਨੇ ਰਾਜ ਕੀਤਾ ਹੈ ਪੰਜਾਬ ਤੇ, ਪਰ ਹੁਣ ਹਾਸ਼ੀਏ ਤੇ ਹੈ। ਤੁਹਾਨੂੰ ਕੀ ਲੱਗਦਾ ਜਗਮੀਤ ਜੀ, ਜਿਹੜੇ ਤੁਸੀਂ ਪੁਆਇੰਟਸ ਭੇਜੇ ਆ ਜਾਂ ਜਿਹੜੀਆਂ ਚੀਜ਼ਾਂ ਝੁੰਦਾ ਕਮੇਟੀ ਦੀਆਂ ਸਿਫਾਰਿਸ਼ਾਂ ਨੇ, ਉਹਨਾਂ ਦੇ ਨਾਲ ਰਿਵਾਈਵਲ ਪੋਸੀਬਲ ਹੈ ਸ਼੍ਰੋਮਣੀ ਅਕਾਲੀ ਦਲ ਦਾ? ਇੱਕ ਮੈਨੂੰ ਬਹੁਤ ਵੱਡੀ ਆਸ, ਮੈਂ ਐਗਜ਼ੈਜਰੇਸ਼ਨ ਨਹੀਂ ਕਰਾਂਗਾ, ਮੈਂ ਪੰਜਾਬ ਦੇ ਲੋਕਾਂ ਲਈ ਜਵਾਬਦੇਹ ਹਾਂ, ਅਕਾਊਂਟੇਬਿਲਿਟੀ ਹੈ ਇੱਕ ਸਧਾਰਨ ਇਨਸਾਨ ਦੇ ਰੂਪ ਵਿੱਚ। ਮੈਂ ਤੁਹਾਨੂੰ ਬਹੁਤ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ ਕਿ ਸਾਰੇ ਸੰਸਾਰ ਦੇ ਵਿੱਚ ਇੱਕ ਮੁੱਠਤਾ ਹੈ ਇਸ ਆਵਾਜ਼ ਦੀ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਕਾਇਮ ਔਰ ਤਕੜਾ ਹੋਣਾ ਚਾਹੀਦਾ ਹੈ, ਖੇਤਰੀ ਭਾਵਨਾਵਾਂ ਨੂੰ ਸਹੀ ਸੰਦਰਭ ਦੇ ਵਿੱਚ ਪ੍ਰੋਜੈਕਟ ਕਰਕੇ ਮੁੱਦਿਆਂ ਨੂੰ ਅੱਗੇ ਲੈ ਕੇ ਜਾਵੇ। ਇਸ ਕਰਕੇ ਜਦੋਂ ਇਹ ਭਾਵਨਾ ਬਣ ਜਾਏ ਤਾਂ ਫੇਰ ਰਿਵਾਈਵਲ, ਮੈਂ ਕਾਲ ਦਿੱਤੀ ਹੈਗੀ ਹੈ ਇਸ ਗੱਲ ਦੀ, ਔਰ ਕੱਲ ਤੋਂ ਵੀ ਇਹ ਕਾਲ ਦੇਾਂਗੇ ਕਿ ਸਾਰੇ ਇਕੱਠੇ ਹੋਈਏ ਆਪਾਂ, ਔਰ ਇਕੱਠੇ ਹੋ ਕੇ ਆਪਾਂ ਪੰਜਾਬ ਨੂੰ ਕੋਈ ਏਜੰਡਾ ਦੇਈਏ ਵਿਦਆਊਟ ਅ ਪ੍ਰੋਗਰਾਮ। ਜਿਵੇਂ ਦੇਖੋ, ਮੈਂ ਮੋਰ ਪਾਵਰਸ ਦੀ ਗੱਲ ਇੱਥੇ ਬਹੁਤ ਸੋਚ ਸਮਝ ਕੇ ਕਹੀ ਹੈ ਕਿ ਅਗਰ 13 ਸੂਬਿਆਂ ਕੋਲ ਸਪੈਸ਼ਲ ਸਟੇਟਸ ਹੈ, ਵਾਈ ਨਾਟ ਪੰਜਾਬ, ਵਾਈ ਨਾਟ ਦਾ ਗ੍ਰੈਨਰੀ ਆਫ ਇੰਡੀਆ, ਵਾਈ ਨਾਟ ਸਰਹੱਦਾਂ ਦੇ ਰਾਖੇ, ਵਾਈ ਨਾਟ ਇਸ ਦੁਨੀਆ ਦੇ ਦੇਸ਼ ਦੇ ਅੰਨਦਾਤੇ ਦੇ ਰੂਪ ਵਿੱਚ ਰੋਲ ਅਦਾ ਕਰਨ ਵਾਲੇ। ਇਸ ਕਰਕੇ ਅਸੀਂ ਇੱਕ ਪ੍ਰੋਗਰਾਮ ਬੇਸਡ ਅਕਾਲੀ ਦਲ ਨੂੰ ਆਉਣ ਵਾਲੇ ਦਿਨਾਂ ਵਿੱਚ ਤਕੜਾ ਕਰਾਂਗੇ ਤਾਂ ਕਿ ਖੇਤਰੀ ਪਾਰਟੀ ਦਾ ਰੋਲ ਉਹ ਨੇਗੇਟ ਨਾ ਹੋਵੇ, ਡਿਲਿਊਟ ਨਾ ਹੋਵੇ, ਔਰ ਉਹ ਪੰਜਾਬ ਦੇ ਸੱਚੇ ਪਹਿਰੇਦਾਰ ਬਣ ਕੇ ਰਹੇ। ਜਗਮੀਤ ਜੀ, ਤੁਹਾਨੂੰ ਕੀ ਲੱਗਦਾ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਛੱਡ ਕੇ ਬਾਕੀ ਸਭ ਨੂੰ ਜਿਸ ਤਰੀਕੇ ਨਾਲ ਜਿਨ੍ਹਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਸੋ ਰੱਦ ਕਰ ਦਿੱਤੀਆਂ ਗਈਆਂ, ਤੁਹਾਨੂੰ ਕੀ ਲੱਗਦਾ ਸੁਖਬੀਰ ਸਿੰਘ ਬਾਦਲ ਰਿਵਾਈਵ ਕਰਵਾ ਪਾਉਣਗੇ? ਸੁਖਬੀਰ ਸਿੰਘ ਬਾਦਲ ਬਣੇ ਰਹਿਣੇ ਚਾਹੀਦੇ ਪ੍ਰਧਾਨ ਜਾਂ ਨਹੀਂ? ਤੁਹਾਨੂੰ ਕੀ ਲੱਗਦਾ? ਨਹੀਂ, ਦੇਖੋ, ਇਹਦੇ ਤੇ ਮੇਰੇ ਵੱਲੋਂ ਮੈਂ ਸੁਝਾਵਾਂ ਦੇ ਰੂਪ ਵਿੱਚ ਟਿੱਪਣੀ ਕਰ ਦਿੱਤੀ ਹੈ। ਹੁਣ ਇਹ ਉਹਨਾਂ ਦਾ ਨਿੱਜੀ ਫੈਸਲਾ ਹੈ। ਮੈਂ ਤਿਆਗ ਪੱਤਰ ਦੀ ਗੱਲ ਨਹੀਂ ਕੀਤੀ, ਮੈਂ ਤੁਹਾਨੂੰ ਕਿਹਾ ਮੈਂ ਤਿਆਗ ਦੀ ਗੱਲ ਕੀਤੀ ਹੈ ਕਿ ਸਮਾਂ ਆ ਗਿਆ ਕਿ ਬਾਦਲ ਪਰਿਵਾਰ ਨੂੰ ਔਰ ਸੁਖਬੀਰ ਸਿੰਘ ਹੋਰਾਂ ਨੂੰ ਬਹੁਤ ਵੱਡਾ ਮਾਣ ਦਿੱਤਾ ਹੈ ਕੌਮ ਨੇ, ਇਹ ਉਹਨਾਂ ਨੂੰ
ਇਹ ਰਿਅਲਾਈਜ਼ ਕਰਨਾ ਚਾਹੀਦਾ ਹੈ ਕਿ 5 ਵਾਰ ਮੁੱਖ ਮੰਤਰੀ ਔਰ ਸਾਰੇ ਅਹੁਦੇ ਔਰ ਸਾਰੀਆਂ ਪੋਜੀਸ਼ਨ, ਸਾਰੇ ਰੁਤਬੇ, ਇਹ ਹਰ ਰਾਜਨੀਤਿਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਡੈਮੋਕ੍ਰੈਟਿਕ ਹਿਸਟਰੀ 'ਚ ਆਉਂਦਾ ਹੈ ਕਿ ਉਤਰਾਅ ਚੜਾਅ ਵੀ ਆਉਂਦੇ ਹੈ ਔਰ ਕਿਸੇ ਮੌਕੇ ਤੇ ਤਿਆਗ ਦਾ ਮੌਕਾ ਵੀ ਹੁੰਦਾ ਹੈ। ਲੋਕਾਂ ਦਾ ਵਿਸ਼ਾਲ ਆਪਦਾ ਉਦਾਰਤਾ ਦਿਖਾ ਕੇ ਦਿਲ ਜਿੱਤਣ ਦਾ, ਉਹਦੇ ਨਾਲ ਉਹਨਾਂ ਨੇ ਵੱਡੇ ਬਣ ਜਾਣਾ ਸੀ, ਬਹੁਤ ਵੱਡੇ ਬਣ ਜਾਣਾ ਸੀ। ਜੋ ਕੁਝ ਉਹ ਅੱਜ ਨੇ, ਇਹਦੇ ਨਾਲੋਂ ਮੇਰੇ ਅੰਦਾਜ਼ੇ ਮੁਤਾਬਕ, ਮੇਰਾ ਵਿਊ ਹੈ, ਮੇਰਾ ਰਾਈਟ ਹੈ ਵਿਊ ਰੱਖਣ ਦਾ, ਉਹ 10 ਟਾਈਮਸ ਜ਼ਿਆਦਾ ਅਗਰ ਉਹ ਪਹਿਲੇ ਦਿਨ ਇਹ ਆਫਰ ਕਰਦੇ ਆਪਦਾ ਰੈਜ਼ਿਗਨੇਸ਼ਨ ਔਰ ਰਿਸਪੌਂਸਿਬਿਲਿਟੀ ਲੈਂਦੇ, ਤਾਂ ਮੈਂ ਸਮਝਦਾ ਉਹਨਾਂ ਦਾ ਕੱਦ ਕਾਠ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਹੀ ਹੋ ਜਾਣਾ। ਤੁਹਾਨੂੰ ਕੀ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੀ ਇਹ ਸਲਾਹ ਮੰਨ ਸਕਦੇ ਆ ਸੁਖਬੀਰ ਸਿੰਘ ਬਾਦਲ? ਮੇਰਾ ਖਿਆਲ ਹੈ, ਕਿਉਂਕਿ ਮੇਰਾ ਉਹਨਾਂ ਨਾਲ ਕਿਸੇ ਗੱਲ ਦਾ ਵਿਅਕਤੀਗਤ ਔਰ ਪਰਸਨਲ ਬਿਲਕੁਲ ਇਹਦੇ 'ਚ ਕੋਈ ਇੰਟਰਸਟ ਨਹੀਂ ਹੈ। ਉਹਨਾਂ ਨੇ ਮੈਨੂੰ ਕਾਲ ਕੀਤਾ, ਮੈਨੂੰ ਉਹਨਾਂ ਨੇ ਕਿਹਾ ਤੁਸੀਂ ਇਹ ਲੈਟਰ, ਤਾਂ ਮੈਨੂੰ ਯਾਦ ਹੈ 27 ਤਾਰੀਖ ਨੂੰ ਇੱਕ ਤਰ੍ਹਾਂ ਨਾਲ ਮੈਨੂੰ ਦੇਣਾ ਚਾਹੁੰਦੇ ਸੀ, ਪਰ ਅਸੀਂ ਤੁਹਾਨੂੰ ਖੁਦ ਕਿਹਾ ਕਿ ਬਾਈ ਇਲੈਕਸ਼ਨ ਜੀਤ ਜਾਣ ਦੇਈਏ, ਤਾਂ ਉਹ ਲੈਟਰ ਮੈਂ ਦੇ ਦਿੱਤਾ, ਇਨ ਆਰਡਰ ਹੈ। ਤੇ ਮੈਨੂੰ ਕਹਿੰਦੇ ਉਹ ਤਾਂ ਠੀਕ ਹੈ, ਪਰ ਚਲੋ ਉਹਨਾਂ ਨੇ ਮੈਨੂੰ ਇਹ ਇਸ਼ਾਰਾ ਤਾਂ ਨਹੀਂ ਕੀਤਾ ਸ਼ਾਮ ਨੂੰ ਕਿ ਮੈਂ ਜਥੇਬੰਦਕ ਢਾਂਚਾ ਭੰਗ ਕਰ ਰਿਹਾ ਹਾਂ। ਇਹ ਉਹਨਾਂ ਦਾ ਪ੍ਰੈਰੋਗੇਟਿਵ ਹੈ, ਪਰ ਮੇਰਾ ਉਹਦੇ 'ਚ ਕੋਈ ਦਖਲ ਨਹੀਂ। ਜਗਮੀਤ ਜੀ, ਕਦੋਂ ਗੱਲ ਹੋਈ ਤੁਹਾਨੂੰ ਜਦੋਂ ਤੁਸੀਂ ਚਿੱਠੀ ਭੇਜੀ ਉਸ ਤੋਂ ਬਾਅਦ ਅੱਜ ਕਾਲ ਆਇਆ ਤੁਹਾਨੂੰ ਸੁਖਬੀਰ ਸਿੰਘ ਬਾਦਲ ਹੋਣਾ ਦਾ? ਹੁਣ ਤੁਹਾਡੇ ਕੋਲ ਟਾਈਮ ਕੀ ਹੈਗਾ? 2 ਘੰਟੇ ਪਹਿਲਾਂ ਉਹਨਾਂ ਨਾਲ ਮੇਰੀ ਗੱਲ ਹੋਈ। ਠੀਕ ਹੈ। ਬਹੁਤ ਬਹੁਤ ਸ਼ੁਕਰੀਆ ਜਗਮੀਤ ਜੀ, ਬਹੁਤ ਧੰਨਵਾਦ ਪ੍ਰੋ ਪੰਜਾਬ ਟੀਵੀ ਨਾਲ ਜੁੜਨ ਦੇ ਲਈ। ਸੋ ਜਗਮੀਤ ਜੀ, ਬਹੁਤ ਸ਼ੁਕਰੀਆ। ਜਗਮੀਤ ਸਿੰਘ ਬਰਾੜ ਸਾਡੇ ਨਾਲ ਸਨ। ਜਗਮੀਤ ਸਿੰਘ ਬਰਾੜ ਹੁਣਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਕਾਲ ਵੀ ਆਇਆ। ਉਹਨਾਂ ਨੇ ਕਿਹਾ ਕਿ ਇਸ ਲੈਟਰ ਤੋਂ ਬਾਅਦ ਕਾਲ ਵੀ ਆਇਆ ਹੈ ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਹੁਣਾਂ ਦਾ, ਕਿਉਂਕਿ ਜਗਮੀਤ ਸਿੰਘ ਬਰਾੜ ਹੁਣਾਂ ਨੇ ਜਿਹੜਾ ਹੈ ਇਹ ਚਿੱਠੀ ਭੇਜੀ ਹੈ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ, ਸੁਝਾਅ ਦਿੱਤੇ ਹੈ ਕਿ ਅਹੁਦੇ ਛੱਡੇ ਜਾਣ, ਤਿਆਗ ਪੱਤਰ ਨਾਲ ਉਹ ਕਹਿੰਦੇ ਕਿ ਤਿਆਗ ਕੀਤਾ ਜਾਵੇ। ਗਗਨਦੀਪ ਹੁਣਾਂ ਨੂੰ ਮੈਂ ਜੋੜਨ ਦੀ ਕੋਸ਼ਿਸ਼ ਕਰੂੰਗਾ, ਸਾਡੇ ਸਹਿਯੋਗੀ ਨੇ ਗਗਨਦੀਪ, ਔਰ ਉਹਨਾਂ ਨੇ ਅੱਜ ਜੋ ਸਭ ਤੋਂ ਪਹਿਲਾਂ ਇਹ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾਈ ਕਿ ਜਗਮੀਤ ਸਿੰਘ ਬਰਾੜ ਹੁਣਾਂ ਨੇ ਚਿੱਠੀ ਲਿਖੀ ਹੈ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ। ਤਾਂ ਗਗਨ ਸਾਡੇ ਨਾਲ ਫੋਨ ਲਾਈਨ ਤੇ ਨੇ। ਗਗਨ, ਕਿਵੇਂ ਦੇਖਦੇ ਹੋ? ਸਾਰੇ ਨਿਯੁਕਤੀਆਂ ਜਿਹੜੀਆਂ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਔਰ ਸ਼੍ਰੋਮਣੀ ਅਕਾਲੀ ਦਲ ਨੇ ਜਥੇਬੰਦਕ ਢਾਂਚਾ ਜੋ ਹੈ, ਪਾਰਟੀ ਦਾ ਸਾਰਾ ਢਾਂਚਾ ਜਿਹੜਾ ਉਸ ਨੂੰ ਭੰਗ ਕਰ ਦਿੱਤਾ ਹੈ। ਬਿਲਕੁਲ ਵਿਕਰਮ, ਦੇਖੋ ਸਭ ਤੋਂ ਪਹਿਲਾਂ ਪ੍ਰੋ ਪੰਜਾਬ ਟੀਵੀ ਨੇ ਹੀ ਇਹ ਖਬਰ ਨਸ਼ਰ ਕੀਤੀ ਸੀ ਕਿ ਇਸ ਤਰੀਕੇ ਦੇ ਨਾਲ ਇਹ ਚਿੱਠੀ ਹੁਣ ਪਟਾਕੇ ਪਾਉਂਦੀ ਹੋਈ ਅਕਾਲੀ ਦਲ ਦੇ ਵਿੱਚ ਨਜ਼ਰ ਆਊਗੀ। ਜਗਮੀਤ ਬਰਾੜ ਦੀ ਚਿੱਠੀ ਸੀ, ਹਾਲਾਂਕਿ ਚਿੱਠੀ 27 ਤਰੀਕ ਦੀ ਸੀ, ਪਰ ਇਹ ਭੁੰਦੜਾਂ ਨੂੰ ਕੱਲ ਹੈਂਡਓਵਰ ਕੀਤੀ ਗਈ ਸੀ। ਸਾਡੇ ਸੋਰਸ ਹੀ ਸਾਨੂੰ ਇਹ ਚਿੱਠੀ ਪ੍ਰਾਪਤ ਹੁੰਦੀ ਹੈ। ਜਦੋਂ ਅਸੀਂ ਚਿੱਠੀ ਨੂੰ ਪੜ੍ਹਿਆ, ਜਦੋਂ ਚਿੱਠੀ ਨੂੰ ਅਸੀਂ ਦੇਖਿਆ, ਉਹਦੇ ਵਿੱਚ ਜੋ ਗੱਲਾਂ ਲਿਖੀਆਂ ਹੋਈਆਂ ਸੀ, ਉਸ ਤੋਂ ਬਾਅਦ ਅਸੀਂ ਉਸਨੂੰ ਕ੍ਰਾਸ ਚੈੱਕ ਕਰਨ ਦੇ ਲਈ ਜਗਮੀਤ ਬਰਾੜ ਨੂੰ ਵੀ ਹਾਲਾਂਕਿ ਸੰਪਰਕ ਕੀਤਾ, ਤਾਂ ਉਹਨਾਂ ਦਾ ਕਹਿਣਾ ਸੀ ਕਿ ਬਿਲਕੁਲ ਚਿੱਠੀ ਲਿਖੀ ਹੋਈ ਹੈ ਔਰ ਅਸੀਂ ਉਹੀ ਦਰਸ਼ਕਾਂ ਤੱਕ ਪਹੁੰਚਾਈ। ਵੱਡੀ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਢਾਂਚਾ ਦਾ ਸਾਰਾ ਭੰਗ ਕਰ ਦਿੱਤਾ, ਪਰ ਆਪਣਾ ਅਹੁਦਾ ਨਹੀਂ ਛੱਡਿਆ। ਹਾਲਾਂਕਿ ਚਿੱਠੀ ਦੇ ਵਿੱਚ ਜ਼ਿਕਰ ਇਹ ਸੀਗਾ ਕਿ ਪ੍ਰੈਜ਼ੀਡੈਂਟ ਦੀ ਪੋਸਟ ਦੇ ਨਾਲ ਨਾਲ ਵਰਕਿੰਗ ਕਮੇਟੀ, ਕੋਰ ਕਮੇਟੀ, ਆਫਿਸ ਬੇਅਰਰ ਸਭ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਗੱਲ ਉਹੀ ਹੋ ਗਈ ਕਿ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਨਹੀਂ ਦਿੱਤਾ, ਹਾਲਾਂਕਿ ਢਾਂਚਾ ਜ਼ਰੂਰ ਭੰਗ ਕਰ ਦਿੱਤਾ ਹੈ। ਔਰ ਇਹ ਢਾਂਚੇ ਦੀ ਵੀ ਜੇਕਰ ਆਪਾਂ ਵਿਕਰਮ ਗੱਲ ਕਰੀਏ, ਅਕਾਲੀ ਦਲ ਇੱਕ ਅਜਿਹੀ ਪਾਰਟੀ ਹੈ, ਆਪਾਂ ਪੰਜਾਬ ਦੇ ਵਿੱਚ ਕਹਿ ਸਕਦੇ ਹਾਂ ਕਿ ਜਿਹੜੀ ਜਿਸ ਦੇ ਉੱਤੇ ਇਹ ਕਹਾਵਤ ਵੀ ਲੋਕ ਬਾਕੀ ਸਿਆਸੀ ਪਾਰਟੀਆਂ ਜੋ ਉਹਨਾਂ ਦੀ ਵਿਰੋਧੀ ਪਾਰਟੀਆਂ ਨੇ ਉਹ ਮਾਰਦੀਆਂ ਸੀ ਕਿ ਅਕਾਲੀ ਦਲ ਰਿਓੜੀਆਂ ਦੇ ਵਾਂਗ ਜਿਹੜੇ ਹੈ ਉਹਦੇ ਬਣਦਾ ਹੈ। ਤੁਸੀਂ ਦੇਖਿਆ ਉਹ ਕੋਈ ਵੀ ਪਾਰਟੀ ਦੇ ਵਿੱਚ ਕਿਸੇ ਦੀ ਵੀ ਐਂਟਰੀ ਹੁੰਦੀ ਸੀਗੀ, ਕਿਸੇ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ ਜਾਂਦਾ ਸੀਗਾ, ਉਸਨੂੰ ਉਹਦਾ ਦੇ ਦਿੱਤਾ ਜਾਂਦਾ ਸੀ। ਬਿਲਕੁਲ ਵਾਈਸ ਪ੍ਰੈਜ਼ੀਡੈਂਟ ਲਗਾ ਦਿੱਤਾ ਜਾਂਦਾ ਸੀਗਾ। ਤਾਂ ਉਹਦੇ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਬਹੁਤ ਵੰਡੇ ਨੇ, ਪਰ ਆਪਣਾ ਅਹੁਦਾ ਜਿਹੜਾ ਹੈਗਾ ਉਹ ਉਹਨਾਂ ਨੇ ਆਪਣੇ ਕੋਲ ਬਰਕਰਾਰ ਰੱਖਿਆ। ਬਿਲਕੁਲ ਗਗਨ, ਤੁਹਾਡੇ ਤੋਂ ਪਹਿਲਾਂ ਮੈਂ ਗੱਲ ਕਰ ਰਿਹਾ ਸੀ, ਜਗਮੀਤ ਸਿੰਘ ਬਰਾੜ ਹੁਣਾਂ ਨੂੰ ਫੋਨ ਲਾਈਨ ਤੇ ਲਿਆ ਤਾਂ ਉਹਨਾਂ ਨੇ ਵੀ ਇਹ ਗੱਲ ਕਹੀ। ਉਹ ਕਹਿੰਦੇ ਕਿ ਮੈਂ ਤਿਆਗ ਪੱਤਰ ਦੇਣ ਦੀ ਗੱਲ ਨਹੀਂ, ਮੈਂ ਤਾਂ ਤਿਆਗ ਦੀ ਗੱਲ ਕਹੀ ਹੈ। ਉਹਨਾਂ ਨੇ ਇੱਕ ਵੱਡੀ ਟਿੱਪਣੀ ਵੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਮੈਂ ਬਾਦਲ ਸਾਹਿਬ ਹੁਣਾਂ ਨੂੰ ਕਿਹਾ, ਉਹਨਾਂ ਨੇ ਕਿਹਾ ਕਿ ਇਸ ਚਿੱਠੀ ਤੋਂ ਬਾਅਦ ਮੈਨੂੰ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਕਾਲ ਵੀ ਆਇਆ ਤੇ ਮੈਂ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਜੇ ਤਿਆਗ ਪਹਿਲਾਂ ਕਰ ਦਿੰਦੇ ਤਾਂ ਤੁਸੀਂ ਪ੍ਰਕਾਸ਼ ਸਿੰਘ ਬਾਦਲ ਹੁਣਾਂ ਜਿਹੜਾ ਕੱਦ ਹੋ ਜਾਣਾ ਸੀ ਤੁਹਾਡਾ। ਇਹ ਵੱਡੀ ਗੱਲ ਹੈ, ਇਹ ਵੱਡੀ ਗੱਲ ਕਹੀ ਹੈ ਉਹਨਾਂ ਨੇ। ਬਿਲਕੁਲ ਦੇਖੋ, ਜਦੋਂ ਪ੍ਰੋ ਪੰਜਾਬ ਟੀਵੀ ਦੇ ਉੱਤੇ ਖਬਰ ਨਸ਼ਰ ਹੋਈ ਹੈ ਔਰ ਮੈਨੂੰ ਲੱਗਦਾ ਕਿ ਉਸ ਤੋਂ ਬਾਅਦ ਹੀ ਜਗਮੀਤ ਬਰਾੜ ਉਹਨਾਂ ਨੂੰ ਫੋਨ ਵੀ ਜਿਹੜਾ ਉਹ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਆਉਂਦਾ। ਹਾਲਾਂਕਿ ਉਹ ਜ਼ਿਕਰ ਕਰ ਰਹੇ ਸੀ ਕਿ ਉਹਨਾਂ ਨੇ ਫੋਨ ਕਾਲ ਦੇ ਉੱਤੇ ਤਾਂ ਇਹ ਜ਼ਿਕਰ ਨਹੀਂ ਕੀਤਾ ਕਿ ਉਹ ਢਾਂਚਾ ਭੰਗ ਕਰਨ ਜਾ ਰਹੇ ਨੇ, ਪਰ ਜਿਸ ਤਰੀਕੇ ਨਾਲ ਸਾਡਾ ਫਰਜ਼ ਹੁੰਦਾ, ਜੋ ਅਸੀਂ ਖਬਰ ਹੁੰਦੀ ਆ ਅਸੀਂ ਉਸੇ ਖਬਰ ਤਰੀਕੇ ਨਾਲ ਉਸ ਨੂੰ ਨਸ਼ਰ ਕਰਦੇ ਹੈਗੇ ਆ। ਪਰ ਖਾਸ ਤੌਰ ਤੇ ਤੁਹਾਨੂੰ ਦੇਖਣ ਵਾਲੀ ਗੱਲ ਹੋਊਗੀ ਜੋ ਇਸ ਵੇਲੇ ਅਕਾਲੀ ਦਲ ਦਾ ਪ੍ਰੈਸ ਨੋਟ ਜੋ ਆਇਆ, ਜੋ ਉਹਨਾਂ ਦਾ
ਦਫ਼ਤਰ ਦੇ ਵਿੱਚੋਂ ਇਹ ਨੋਟ ਆਉਂਦਾ ਹੈਗਾ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਢਾਂਚਾ ਜੋ ਹੈ ਭੰਗ ਕਰ ਦਿੱਤਾ ਗਿਆ ਹੈ ਔਰ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਹੁਣ ਉਹ ਆਪ ਪੋਲ ਰਿਵਿਊ ਜਿਹੜਾ ਹੈ ਉਹ ਬਣਾਉਣਗੇ। ਉਹਨਾਂ ਦੇ ਵੱਲੋਂ ਜਾ ਕੇ ਫੀਲਡ ਦੇ ਵਿੱਚ, ਮੈਦਾਨ ਦੇ ਵਿੱਚ ਆਪ ਉਤਰ ਕੇ ਉਹਨਾਂ ਦੇ ਵੱਲੋਂ ਖਾਸ ਤੌਰ ਦੇ ਉੱਤੇ ਲੋਕਾਂ ਦੀ ਫੀਡਬੈਕ ਲਿੱਤੀ ਜਾਊਗੀ। ਪੰਥਕ ਪਾਰਟੀਆਂ ਤੋਂ ਜਿਹੜੀ ਹੈ ਖਾਸ ਤੌਰ ਤੇ ਫੀਡਬੈਕ ਲੈਂਦੇ ਹੋਏ ਨਜ਼ਰ ਆਉਣਗੇ, ਪਾਰਟੀ ਨੂੰ ਰੀਸਟਰਕਚਰ ਕਰਦੇ ਹੋਏ ਨਜ਼ਰ ਆਉਣਗੇ ਔਰ ਇਹ ਰੀਸਟਰਕਚਰ ਦੇ ਵਿੱਚ ਨੌਜਵਾਨਾਂ ਨੂੰ ਤਰਜੀਹ ਦੇਣ ਦੀ ਗੱਲ ਜਿਹੜੀ ਹੈ ਇਹ ਕਹੀ ਗਈ ਹੈ। ਕਿਉਂਕਿ ਤੁਸੀਂ ਵੇਖਿਆ ਹੋਊਗਾ ਕਿ ਪਾਰਟੀ ਦੇ ਵਿੱਚ ਬਹੁਤ ਸਾਰੇ ਪੋਸਟ ਦੇ ਉੱਤੇ, ਕੋਰ ਕਮੇਟੀ ਦੀ ਵੀ ਗੱਲ ਕਰ ਲਈਏ, ਅਜਿਹੇ ਲੋਕ ਬੈਠੇ ਹੋਏ ਨੇ ਜਿਹੜੇ ਕਈ ਵਾਰ ਚੋਣਾਂ ਹਾਰ ਵੀ ਚੁੱਕੇ ਨੇ, ਜਿਨ੍ਹਾਂ ਦਾ ਹੁਣ ਆਪਾਂ ਸਿਆਸੀ ਕਰੀਅਰ ਵੀ ਜੇ ਆਪਾਂ ਕਹੀਏ ਕਿ ਉਹ ਬਹੁਤਾ ਕੋਈ ਚੰਗਾ ਨਹੀਂ ਰਿਹਾ। ਔਰ ਇਹ ਖਾਸ ਤੌਰ ਤੇ ਜਗਮੀਤ ਬਰਾੜਾ ਦਾ ਵੀ ਜ਼ਿਕਰ ਸੀਗਾ ਕਿ ਜੇ ਆਪਾਂ ਮਾਝਾ ਮਾਲਵੇ ਦੁਆਬੇ ਦੀ ਗੱਲ ਕਰੀਏ ਤਾਂ ਉੱਥੇ 3 ਵਰਕਿੰਗ ਪ੍ਰੈਜ਼ੀਡੈਂਟ ਲਗਾਉਣੇ ਚਾਹੀਦੇ ਨੇ। ਮਨਪ੍ਰੀਤ ਇਆਲੀ ਹੋ ਗਏ, ਨਾਲ ਹੀ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਗੁਰਪ੍ਰਤਾਪ ਸਿੰਘ ਵਡਾਲਾ ਉਹਨਾਂ ਦਾ, ਨਾਲ ਹੀ ਉਹਨਾਂ ਨੇ ਰਵੀ ਕਰਨ ਕਾਲੋ ਉਹਨਾਂ ਦਾ ਜ਼ਿਕਰ ਕੀਤਾ ਉਹਨਾਂ ਦੇ ਪਰਿਵਾਰ ਚੋਂ ਜੀ, ਕਹਿ ਰਹੇ ਉਹਨਾਂ ਦੇ ਪਰਿਵਾਰ ਦੇ ਵਿੱਚ ਜਾਂ ਦੇਸ਼ ਪ੍ਰਤਾਪ ਕਹਿ ਰਹੇ ਜਾਂ ਰਵੀ ਕਰਨ ਕਹਿ ਰਹੇ ਉਹਨਾਂ ਦਾ ਜ਼ਿਕਰ ਕੀਤਾ। ਔਰ ਇਹੀ ਨਹੀਂ, ਜਦੋਂ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸੀ ਉਦੋਂ ਵੀ ਜਗਮੀਤ ਬਰਾੜ ਉਹਨਾਂ ਦੀ ਬਿਆਨ ਜਿਹੜਾ ਹੈਗਾ ਉਦੋਂ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਮਨਪ੍ਰੀਤ ਇਆਲੀ ਉਹਨਾਂ ਨੂੰ ਵੀ ਕੋਰ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਜਾਵੇ। ਦੇਖੋ ਜਦੋਂ ਝੱਖੜ ਚੱਲ ਰਿਹਾ ਸੀ, ਜਦੋਂ ਆਪ ਦਾ ਝੱਖੜ ਸੀ, ਜਦੋਂ ਵੱਡੇ ਖੰਭ ਢਹਿ ਗਏ, ਜਦੋਂ ਪ੍ਰਕਾਸ਼ ਸਿੰਘ ਬਾਦਲ ਆਪਣੀ ਸੀਟ ਨਹੀਂ ਬਚਾ ਪਾਏ, ਜਦੋਂ ਸੁਖਬੀਰ ਸਿੰਘ ਬਾਦਲ ਆਪਣੀ ਸੀਟ ਨਹੀਂ ਬਚਾ ਪਾਏ, ਵਿਕਰਮ ਮਜੀਠੀਆ ਨਹੀਂ ਬਚਾ ਪਾਏ, ਤਾਂ ਉਸ ਸਭ ਦੇ ਵਿਚਕਾਰ ਹੋਰ ਵੀ ਜੋ ਸੀਨੀਅਰ ਲੀਡਰਸ਼ਿਪ ਹੈ, ਸੁਰਿੰਦਰ ਮਲੂਕਾ ਹੋ ਗਏ ਜਾਂ ਫਿਰ ਉਹ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੋ ਗਏ, ਉਹਨਾਂ ਦੇ ਬੇਟੇ ਹੋ ਗਏ, ਤੋਤਾ ਅਸੀਂ ਉਹਨਾਂ ਦੀ ਗੱਲ ਕਰ ਲਈ ਪਰਿਵਾਰ ਦੀ, ਤਾਂ ਇਹਨਾਂ ਤਮਾਮ ਲੀਡਰਾਂ ਦੇ ਵਿੱਚੋਂ ਕੋਈ ਸੀਟ ਨਹੀਂ ਬਚਾ ਪਾਉਂਦਾ। ਮਨਪ੍ਰੀਤ ਇਆਲੀ ਸੀਟ ਜਿਹੜਾ ਹੈ ਉਹ ਬਚਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ। ਤਾਂ ਕਹਿੰਦੇ ਕਿ ਜਦੋਂ ਉਹਨਾਂ ਨੇ ਝੋਲੀ ਦੇ ਵਿੱਚ ਸੀਟ ਪਾਈ ਹੈ ਅਕਾਲੀ ਦਲ ਦੀ, ਤਾਂ ਕਿਉਂ ਨਹੀਂ ਉਹਨਾਂ ਨੂੰ ਵੀ ਕੋਰ ਕਮੇਟੀ ਦੇ ਵਿੱਚ ਲਿੱਤਾ ਜਾਵੇ, ਕਿਉਂ ਨਹੀਂ ਵਿਮਨ ਰਿਪਰੈਜ਼ੈਂਟੇਸ਼ਨ ਜਿਹੜੀ ਆ ਵਧਾਈ ਜਾਵੇ। ਤਾਂ ਫੈਕਟਸ ਦੇ ਉੱਤੇ ਗੱਲਾਂ ਜਿਹੜੀਆਂ ਸੀ ਜਗਮੀਤ ਬਰਾੜਾ ਉਹਨਾਂ ਦੇ ਵੱਲੋਂ ਜ਼ਰੂਰ ਲਿਖੀਆਂ ਗਈਆਂ ਸੀ, ਪਰ ਉਸ ਦੇ ਵਿੱਚੋਂ ਇੱਕ ਗੱਲ ਦੇ ਉੱਤੇ ਅਮਲ ਕੀਤਾ ਗਿਆ। ਹੁਣ ਸੁਖਬੀਰ ਸਿੰਘ ਬਾਦਲ ਨੇ ਢਾਂਚਾ ਜਿਹੜਾ ਹੈਗਾ ਉਹ ਭੰਗ ਕਰ ਦਿੱਤਾ, ਤਾਂ ਢਾਂਚਾ ਭੰਗ ਕਰਨ ਦੇ ਨਾਲ ਕਿੰਨੀ ਕੁ ਤਾਕਤ ਜਿਹੜੀ ਆ ਪਾਰਟੀ ਨੂੰ ਮਿਲਦੀ ਹੈ, ਕਿਉਂਕਿ ਲੋਕਾਂ ਦੀ ਪਰਸੈਪਸ਼ਨ ਜੋ ਹੈ, ਜੋ ਵਿਕਰਮ ਤੁਸੀਂ ਵੀ ਗਰਾਊਂਡ ਦੇ ਵਿੱਚ ਜਾਂਦੇ ਹੋ, ਲੋਕਾਂ ਦੇ ਵਿੱਚ ਵਿਚਰਦੇ ਹੋ, ਤੁਸੀਂ ਵੀ ਸਿਆਸੀ ਗਲਿਆਰਿਆਂ ਦੇ ਵਿੱਚ ਰਹਿੰਦੇ ਹੋ, ਚਰਚਾ ਕਰਦੇ ਹੋ, ਤਾਂ ਉੱਥੇ ਕੀ ਚਰਚਾ ਹੁੰਦੀ ਹੈ? ਉਹਨਾਂ ਦੇ ਵਿੱਚ ਚਰਚਾ ਇਹੀ ਹੈ ਕਿ ਸੁਖਬੀਰ ਸਿੰਘ ਬਾਦਲ ਜੇ ਅਸਤੀਫਾ ਦਿੰਦੇ ਨੇ ਤਾਂ ਸ਼ਾਇਦ ਹੋ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੁਆਰਾ ਤੋਂ ਮੁੜ ਰਿਵਾਈਵ ਹੋ ਜਾਏ। ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਇਸ ਵੇਲੇ ਬਾਦਲ ਪਰਿਵਾਰ ਦਾ ਟੈਗ ਲੱਗ ਚੁੱਕਿਆ, ਉਹ ਜੇ ਅਸਤੀਫਾ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਉਹ ਟੈਗ ਹਟ ਸਕਦਾ ਔਰ ਜਿਹੜੀ ਲੀਡਰਸ਼ਿਪ ਛੱਡ ਕੇ ਗਈ ਹੋਈ ਹੈ ਉਹ ਵੀ ਸ਼ਾਇਦ ਪਾਰਟੀ ਦੇ ਵਿੱਚ ਦੁਬਾਰਾ ਜੁੜ ਸਕਦੀ ਹੈਗੀ ਹੈ। ਪਰ ਇਸੇ ਗੱਲ ਤੇ ਗਗਨ ਮੈਂ ਇੱਕ ਹੋਰ ਚੀਜ਼ ਜਾਣਨੀ ਚਾਹੁੰਦਾ ਤੁਹਾਡੇ ਤੋਂ ਕਿ ਸਾਡੇ ਸੋਰਸ ਨੇ ਦੱਸਿਆ ਸੀ ਕਿ ਮੀਟਿੰਗ ਜਦੋਂ ਹੋਈ ਤਾਂ ਕਿਹਾ ਗਿਆ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਖੁਦ ਇਹ ਗੱਲ ਕਹੀ ਸੀ। ਇਸ ਮੀਟਿੰਗ ਤੋਂ ਪਹਿਲਾਂ ਜਿਹੜੀ ਤਕਰੀਬਨ 1 ਮਹੀਨਾ ਪਹਿਲਾਂ ਜਿਹੜੀ ਮੀਟਿੰਗ ਹੋਈ ਹੈ, ਸੁਖਬੀਰ ਸਿੰਘ ਬਾਦਲ ਹੁਣਾਂ ਨੇ ਕਿਹਾ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਮੇਰੇ ਅਸਤੀਫਾ ਦਿੱਤਿਆਂ ਬੇੜਾ ਪਾਰ ਹੋਊਗਾ ਤਾਂ ਮੈਂ ਅਸਤੀਫਾ ਦਿੰਨਾ, ਬੋਲੋ ਕੌਣ ਜ਼ਿੰਮੇਵਾਰੀ ਚੁੱਕੂਗਾ। ਤਾਂ ਜਿਹੜਾ ਕਰੋੜਾਂ ਰੁਪਏ ਦਾ ਖਰਚਾ ਉਹ ਚੁੱਕਣ ਨੂੰ ਕੋਈ ਤਿਆਰ ਨਹੀਂ ਹੋਇਆ, ਕਿਉਂਕਿ ਖਰਚਾ ਹੈ, ਸਾਰੀਆਂ ਜ਼ਿੰਮੇਵਾਰੀਆਂ ਨੇ, ਵੱਡੀਆਂ ਜ਼ਿੰਮੇਵਾਰੀਆਂ ਨੇ। ਕਹਿੰਦੇ ਕੋਈ ਇੰਨੀ ਵੱਡੀ ਜ਼ਿੰਮੇਵਾਰੀ ਚੁੱਕਣ ਨੂੰ ਤਿਆਰ ਹੀ ਨਹੀਂ ਹੈ ਜਿੰਨੀ ਵੱਡੀ ਜ਼ਿੰਮੇਵਾਰੀ ਇੱਕ ਪ੍ਰਧਾਨ ਦੀ ਬਣਦੀ ਹੈ। ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡੀ ਪਾਰਟੀ ਜਿਸ ਤਰੀਕੇ ਦੇ ਨਾਲ ਪੰਜਾਬ ਦੀ, ਔਰ ਲੰਬਾ ਸਮਾਂ ਜਿਸ ਪਾਰਟੀ ਨੇ ਰਾਜ ਕੀਤਾ ਹੋਵੇ, ਔਰ ਉਸ ਪਾਰਟੀ ਦਾ ਪ੍ਰਧਾਨ ਜਿਹੜਾ ਉਸ ਤੇ ਜ਼ਿੰਮੇਵਾਰੀਆਂ ਕਹਿੰਦੇ ਵੱਡੀਆਂ, ਕਹਿੰਦੇ ਕਿ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਨੇ, ਇਸ ਕਰਕੇ ਕੋਈ ਚੁੱਕਣ ਨੂੰ ਤਿਆਰ ਹੀ ਨਹੀਂ ਹੈ। ਦੇਖੋ ਵਿਕਰਮ, ਗੱਲ ਇਹ ਹੈਗੀ ਹੈ ਕਿ ਜਿਸ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਦੀ ਚਰਚਾ ਹੁੰਦੀ ਹੈ, ਹਾਲਾਂਕਿ ਜੇ ਕਿਸੇ ਵਿਅਕਤੀ ਦੇ ਵੱਲੋਂ ਅਸਤੀਫਾ ਦੇਣਾ ਹੋਵੇ ਤਾਂ ਉਹ ਸਲਾਹ ਨਹੀਂ ਲੈਂਦਾ, ਉਹ ਆਪਣੇ ਤੌਰ ਦੇ ਉੱਤੇ ਅਸਤੀਫਾ ਦੇ ਦਿੰਦਾ ਹੈ, ਨਾ ਕਿ ਉਹਨਾਂ ਦੇ ਵੱਲੋਂ ਇਹ ਪੇਸ਼ਕਸ਼ ਰੱਖੀ ਜਾਂਦੀ ਹੈ ਕਿ ਤੁਸੀਂ ਦੱਸੋ ਮੈਂ ਅਸਤੀਫਾ ਦੇਵਾਂ ਜਾਂ ਨਾ ਦੇਵਾਂ। ਇਹੀ ਗੱਲ ਜਿਹੜੀ ਆ ਉਹ ਗਾਂਧੀ ਪਰਿਵਾਰ ਦੇ ਨਾਲ ਵੀ ਜੋੜੀ ਜਾਂਦੀ ਹੈ ਕਿ ਕਾਂਗਰਸ ਦਾ ਵੀ ਅੱਜ ਖਾਤਮਾ ਭਾਰਤ ਦੇ ਵਿੱਚ ਹੋ ਰਿਹਾ ਹੈ ਤਾਂ ਉਸ ਦਾ ਭਾਂਡਾ ਕਿਸ ਦੇ ਸਿਰ ਦੇ ਉੱਤੇ ਭੰਨਿਆ ਜਾਂਦਾ ਹੈ? ਗਾਂਧੀ ਪਰਿਵਾਰ ਹੀ ਹੈ ਜਿਨ੍ਹਾਂ ਦੇ ਸਿਰ ਦੇ ਉੱਤੇ ਭੰਨਿਆ ਜਾਂਦਾ ਹੈ। ਗਾਂਧੀ ਪਰਿਵਾਰ ਦੇ ਉੱਤੇ ਹੀ ਇਹ ਬਾਰ-ਬਾਰ ਜ਼ਿਕਰ ਹੁੰਦਾ ਕਿ ਗਾਂਧੀ ਪਰਿਵਾਰ ਜਦ ਤੱਕ ਕਾਂਗਰਸ ਦੇ ਵਿੱਚ ਹੈ ਉਦੋਂ ਤੱਕ ਕਾਂਗਰਸ ਰਿਵਾਈਵ ਨਹੀਂ ਕਰ ਸਕਦਾ, ਉਹਨਾਂ ਦੇ ਕੋਲ ਅਜਿਹੀ ਲੀਡਰਸ਼ਿਪ ਨਹੀਂ ਹੈ ਕਿ ਉਹ ਰਿਵਾਈਵ ਕਰ ਸਕੇ। ਤਾਂ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਵੀ ਗੱਲ ਜੇ ਆਉਂਦੀ ਹੈ ਤਾਂ ਉਦੋਂ ਇਹ ਵੀ ਗੱਲ ਆ ਜਾਂਦੀ ਕਿ ਜਦ ਤੱਕ ਬਾਦਲ ਪਰਿਵਾਰ ਹੈਗਾ ਉਦੋਂ ਤੱਕ ਰਿਵਾਈਵਲ ਨਹੀਂ ਹੋ ਸਕਦਾ। ਹਾਲਾਂਕਿ ਬਾਰ-ਬਾਰ ਰਾਹੁਲ ਗਾਂਧੀ ਜ਼ਰੂਰ ਕਹਿੰਦੇ ਨੇ ਕਿ ਮੈਂ ਅਸਤੀਫਾ ਦੇ ਦੂੰਗਾ, ਪਰ ਜਿਹੜੀ ਉਹਨਾਂ ਦੀ ਵੀ ਸੀਈਸੀ ਦੀ ਮੀਟਿੰਗ ਹੁੰਦੀ ਹੈ ਉਸ ਦੇ ਵਿੱਚ, ਕਾਂਗਰਸ ਵਰਕਿੰਗ ਕਮੇਟੀ CWC ਦੀ ਮੀਟਿੰਗ ਹੁੰਦੀ ਹੈ, ਉਸ ਦੇ ਵਿੱਚ ਇਹੀ ਕਹਿ ਦਿੱਤਾ ਜਾਂਦਾ ਨਹੀਂ ਰਾਹੁਲ ਗਾਂਧੀ ਹੀ ਚੱਲਣਗੇ। ਆਪਾਂ ਇਹ ਨਹੀਂ ਕਹਿੰਦੇ ਕਿ ਕਿਸੇ ਨੂੰ ਪ੍ਰਧਾਨ ਲਗਾਉਣਾ ਨਾ ਲਗਾਉਣਾ, ਇਹ ਪਾਰਟੀ ਦਾ ਆਪਣਾ ਇੰਟਰਨਲ ਮੈਟਰ ਹੈ, ਪਰ ਜਿਹੜੇ ਹੋਰ ਓਵਰਆਲ ਫੀਡਬੈਕ ਹੁੰਦੀ ਹੈ ਉਸ ਨੂੰ ਵੀ ਜ਼ਰੂਰ ਧਿਆਨ ਦੇ ਵਿੱਚ ਲੈਣਾ ਚਾਹੀਦਾ ਹੈ। ਹਾਲਾਂਕਿ ਉਹਨੇ ਸੁਖਬੀਰ ਬਾਦਲ ਦਾ ਪ੍ਰੋਰੋਗੇਟਿਵ ਹੈ, ਸੁਖਬੀਰ ਬਾਦਲ ਨੇ ਦੇਖਣਾ ਹੈ ਕਿ ਅਸਤੀਫਾ ਜੋ ਹੈ ਪ੍ਰਧਾਨਗੀ ਤੋਂ ਦੇਣਾ ਚਾਹੀਦਾ, ਉਹਨਾਂ ਨੂੰ ਨਹੀਂ ਦੇਣਾ ਚਾਹੀਦਾ। ਜੇ ਉਹ ਲੋੜ ਸਮਝਦੇ ਨੇ ਕਿ ਉਹ ਅਸਤੀਫੇ ਤੋਂ ਬਾਅਦ ਉਹਨਾਂ ਦੀ ਪਾਰਟੀ ਦੇ ਵਿੱਚ ਜਾਨ ਆ ਸਕਦੀ ਹੈ। ਦੇਖੋ ਗੱਲ ਇਹ ਹੈ ਵਿਕਰਮ ਕਿ ਪਾਰਟੀ ਜੇ ਰਿਵਾਈਵ ਹੋਊਗੀ, ਜੇ ਪਾਰਟੀ ਦੇ ਵਿੱਚ ਮਜ਼ਬੂਤੀ ਆਊਗੀ, ਪਾਰਟੀ ਦੇ ਕੋਲ ਜੇ ਤਾਕਤ ਆਊਗੀ, ਪਾਰਟੀ ਸੱਤਾ ਦੇ ਵਿੱਚ ਆਊਗੀ, ਤਾਂ ਹੀ ਇਹਨਾਂ ਪ੍ਰਧਾਨਗੀਆਂ ਦਾ ਫਾਇਦਾ ਹੈ।
ਬਿਨਾਂ ਪਾਵਰ ਤੋਂ ਬਿਨਾਂ ਸੱਤਾ ਤੋਂ ਇਹਨਾਂ ਪ੍ਰਧਾਨਗੀਆਂ ਦਾ ਵੀ ਕੋਈ ਫਾਇਦਾ ਨਹੀਂ ਹੈ। ਇੱਕ ਤੁਸੀਂ ਜ਼ਰੂਰ ਸ਼ਰਤ ਕਰ ਸਕਦੇ ਹੋ, ਤੁਸੀਂ ਕਹਿ ਸਕਦੇ ਹੋ ਕਿ ਹਾਂ ਅਸੀਂ ਪਾਰਟੀ ਦੇ ਪ੍ਰਧਾਨ ਆ, ਪਰ ਜਦ ਤੱਕ ਤੁਸੀਂ ਪਾਰਟੀ ਤੁਹਾਡੀ ਵਿਧਾਨ ਸਭਾ ਦੇ ਵਿੱਚ ਸਟੈਬਲਿਸ਼ ਨਹੀਂ ਹੁੰਦੀ, ਤੁਹਾਡੀ ਪਾਰਟੀ ਸੀਟਾਂ ਨਹੀਂ ਜਿੱਤਦੀ, ਤਾਂ ਉਹ ਜਿਹੀ ਪਾਰਟੀ ਦੇ ਵਿੱਚ ਪ੍ਰਧਾਨ ਰਹਿਣ ਦਾ ਵੀ ਕੋਈ ਫਾਇਦਾ ਨਜ਼ਰ ਨਹੀਂ ਆਉਂਦਾ। 3 ਇਲੈਕਸ਼ਨ ਜਿਹੜੀਆਂ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਅਕਾਲੀ ਦਲ ਹਾਰ ਚੁੱਕਿਆ ਹੈ। 2017 ਦੀ ਗੱਲ ਕਰ ਲਈਏ, 2022 ਦੀ ਗੱਲ ਕਰ ਲਈਏ, 22 ਦੇ ਵਿੱਚ ਤਾਂ ਕਿੰਨਾ ਮਾੜਾ ਹਾਲ ਹੁੰਦਾ ਕਿ ਪਾਰਟੀ ਹਾਸ਼ੀਏ ਦੇ ਉੱਤੇ ਆ ਜਾਂਦੀ ਹੈਗੀ ਹੈ। ਪਾਰਟੀ 3 ਸੀਟਾਂ ਸਿਮਟ ਕੇ ਰਹਿ ਜਾਂਦੀ ਹੈ, ਜਿਸ ਵਿੱਚ ਮਨਪ੍ਰੀਤ ਇਆਲੀ, ਗਨੀਤ ਕੌਰ ਮਜੀਠੀਆ ਤੇ ਡਾਕਟਰ ਸੁਖਵਿੰਦਰ ਸੁਖੀ ਹੋਣੀ ਸੀਟ ਜਿੱਤ ਪਾਉਂਦੇ ਨੇ। ਇੱਕ ਜਿਹੜੀ ਸੀਟ ਆਉਂਦੀ ਹੈ ਉਹ ਵੀ ਬੀਐਸਪੀ ਦੇ ਨਾਲ ਗੱਠਜੋੜ ਹੁੰਦਾ, ਤਾਂ ਕਰਕੇ ਆ ਜਾਂਦੀ ਹੈ। 4 ਸੀਟਾਂ ਦੇ ਉੱਤੇ ਪਾਰਟੀ ਸਿਮਟ ਕੇ ਰਹਿ ਗਈ ਹੈ। ਜਿਹੜੀ ਪਾਰਟੀ ਤਾਂ ਗਗਨ ਕੀ ਲੱਗਦਾ ਜਿਹੜਾ ਸਟੈਪ ਅੱਜ ਚੁੱਕਿਆ ਗਿਆ ਹੈ, ਜਿਹੜਾ ਵੱਡਾ ਫੈਸਲਾ, ਕਿਉਂਕਿ ਚੁੰਦਾ ਕਮੇਟੀ ਦੀਆਂ ਸਿਫਾਰਿਸ਼ਾਂ ਤੇ ਕਿਹਾ ਜਾ ਰਿਹਾ ਕਿ ਇਹ ਫੈਸਲਾ ਲਿਆ ਗਿਆ, ਕੀ ਲੱਗਦਾ ਹੈ ਇਸ ਦੇ ਨਾਲ ਰਿਵਾਈਵਲ ਹੈ ਪੋਸੀਬਲ? ਕਿਉਂਕਿ ਖੇਡਣ ਲਈ ਗਰਾਊਂਡ ਲੰਬਾ ਪਿਆ। ਦੇਖੋ ਤਾਂ 2024 ਦੇ ਇਲੈਕਸ਼ਨ ਨੇ, ਉਹਨਾਂ ਦੇ ਵਿੱਚ ਵੀ ਸਮਾਂ ਪਿਆ, ਉਸ ਦੀ ਵੀ ਪ੍ਰੀਪੇਰੇਸ਼ਨ ਹੋ ਸਕਦੀ ਹੈ, ਪਰ ਵਿਧਾਨ ਸਭਾ ਚੋਣਾਂ ਲਈ ਤਾਂ ਬਹੁਤ ਖੁੱਲਾ ਸਮਾਂ ਪਿਆ ਅਕਾਲੀ ਦਲ ਦੇ ਕੋਲ ਖੇਡਣ ਲਈ। ਇਸੇ ਕਰਕੇ ਰਿਸਕ ਕਿਹਾ ਜਾ ਸਕਦਾ ਹੈ, ਕਿਹਾ ਜਾ ਸਕਦਾ ਕਿ ਵੱਡਾ ਫੈਸਲਾ ਲਿਆ ਹੈ ਅਕਾਲੀ ਦਲ ਨੇ। ਦੇਖੋ ਗੱਲ ਕਰੀਏ ਸਮੇਂ ਦੀ ਤਾਂ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਹੈ, ਸਮਾਂ ਤਾਂ ਖੁੱਲਾ ਪਿਆ ਜੇ ਖੇਡਣ ਨੂੰ, ਪਰ ਕਿੰਨੇ ਦਿਨਾਂ ਤੋਂ ਖੇਡ ਰਹੇ ਨੇ, ਕਿੰਨੇ ਸਾਲਾਂ ਤੋਂ ਖੇਡ ਰਹੇ ਨੇ। 17 ਤੋਂ ਲੈ ਕੇ 22 ਤੱਕ ਵੀ ਖੇਡੇ ਨੇ, ਉਹ ਖੇਡਣ ਦਾ ਕੋਈ ਫਾਇਦਾ ਨਹੀਂ ਹੋਇਆ। ਹੁਣ 22 ਤੋਂ ਲੈ ਕੇ ਅੱਗੇ ਇਹਨਾਂ ਨੇ 27 ਤੱਕ ਖੇਡਣਾ ਹੈ, ਤਾਂ ਕਿਵੇਂ ਇਸ ਖੇਡ ਨੂੰ ਅਕਾਲੀ ਦਲ ਲੈਂਦਾ ਹੈ, ਇੰਟਰੋਸਪੈਕਟ ਕਿਵੇਂ ਕਰਦਾ ਹੈ, ਇੰਟਰੋਸਪੈਕਸ਼ਨ ਕਿਵੇਂ ਹੁੰਦੀ ਹੈ, ਇਹ ਖਾਸ ਤੌਰ ਦੇ ਉੱਤੇ ਦੇਖਣ ਵਾਲੀ ਗੱਲ ਰਹੂਗੀ। ਪ੍ਰਧਾਨ ਬਦਲਣ ਦੀ ਪ੍ਰੈਕਟਿਸ ਦੀ ਗੱਲ ਕਰ ਲਈਏ ਤਾਂ ਇਹ ਪਾਰਟੀਆਂ ਦੇ ਵਿੱਚ ਨਾਰਮਲ ਕਲਚਰ ਹੈਗਾ, ਜੋ ਆਪਾਂ ਰਵਾਇਤੀ ਪਾਰਟੀਆਂ ਦੇਖਦੇ ਆ ਅਕਾਲੀ ਦਲ ਔਰ ਕਾਂਗਰਸ, ਤਾਂ ਇਹਨਾਂ ਦਾ ਇਹ ਨਾਰਮਲ ਕਲਚਰ ਹੈ। ਤੁਸੀਂ ਦੇਖਿਆ ਹੋਊਗਾ ਕਿ 17 ਦੀਆਂ ਚੋਣਾਂ ਤੋਂ ਪਹਿਲਾਂ ਕਿਵੇਂ ਖਾਸ ਤੌਰ ਦੇ ਉੱਤੇ ਪ੍ਰਧਾਨ ਜਿਹੜੇ ਨੇ ਬਦਲੇ ਜਾਂਦੇ ਨੇ, ਕੈਪਟਨ ਅਮਰਿੰਦਰ ਸਿੰਘ ਆ ਜਾਂਦੇ ਨੇ, ਸੁਨੀਲ ਜਾਖੜ ਹੁੰਦੇ ਨੇ, ਬੰਦੇ ਨੇ, ਸੁਨੀਲ ਜਾਖੜ ਦੀ ਜਗ੍ਹਾ ਦੇ ਉੱਤੇ ਸਿੱਧੂ ਨੂੰ ਲਗਾ ਦਿੱਤਾ ਜਾਂਦਾ ਹੈ, ਮੁੱਖ ਮੰਤਰੀ ਬਦਲ ਦਿੱਤੇ ਜਾਂਦੇ ਨੇ, ਤਾਂ ਇਹ ਕਾਮਨ ਪ੍ਰੈਕਟਿਸ ਹੈ ਪਾਰਟੀਆਂ ਦੀ। ਪਰ ਜਿੱਥੇ ਪਾਰਟੀ ਦੇ ਉੱਤੇ ਇੱਕ ਟੈਗ ਇਹ ਲੱਗ ਜਾਂਦਾ ਕਿ ਪਾਰਟੀ ਕਿਸੇ ਦੇ ਇੱਕ ਦੇ ਕਬਜ਼ੇ ਥੱਲੇ ਆ ਗਈ, ਤਾਂ ਉੱਥੇ ਪ੍ਰਧਾਨ ਬਦਲਣੇ ਔਖੇ ਹੋ ਜਾਂਦੇ ਨੇ। ਤਾਂ ਜੇ ਜੋ ਲੋਕਾਂ ਦੀ ਪਰਸੈਪਸ਼ਨ ਨੂੰ ਦੇਖਦਿਆਂ ਹੋਇਆ, ਲੋਕਾਂ ਦੇ ਫੀਡਬੈਕ ਨੂੰ ਲੈਂਦਿਆਂ ਹੋਇਆ, ਜੇ ਅਕਾਲੀ ਦਲ ਉਸ ਦੇ ਉੱਤੇ ਕੰਮ ਕਰੂਗਾ ਤਾਂ ਆਪਾਂ ਜ਼ਰੂਰ ਕਹਿ ਸਕਦੇ ਹਾਂ ਕਿ ਅਕਾਲੀ ਦਲ ਇੱਕ ਖੇਤਰੀ ਪਾਰਟੀ ਵਜੋਂ ਉੱਭਰਦਾ ਹੋਇਆ ਜ਼ਰੂਰ ਨਜ਼ਰ ਆਊਗਾ। ਪਰ ਲੋਕਾਂ ਦੀ ਫੀਡਬੈਕ ਦੇ ਉੱਤੇ ਧਿਆਨ ਦੇਣ ਦੀ ਅਕਾਲੀ ਦਲ ਨੂੰ ਬਹੁਤ ਜ਼ਿਆਦਾ ਲੋੜ ਹੈ, ਜੋ ਲੋਕਾਂ ਦੀ ਗਰਾਊਂਡ ਤੋਂ ਫੀਡਬੈਕ ਹੈ। ਇੱਕ ਗੱਲ ਇਹ ਵੀ ਮੰਨੀ ਜਾਂਦੀ ਹੈ ਨਾ ਕਿ ਸੁਖਬੀਰ ਸਿੰਘ ਬਾਦਲ ਦੇ ਕਹਿੰਦੇ ਕਿ ਜੋ ਆਸ-ਪਾਸ ਜੋ ਉਹਨਾਂ ਦੇ ਸਲਾਹਕਾਰ ਨੇ ਉਹ ਵੀ ਉਹਨਾਂ ਨੂੰ ਸਹੀ ਸਲਾਹ ਨਹੀਂ ਪਹੁੰਚਾ ਪਾਉਂਦੇ। ਅਸੀਂ ਵੀ ਅਕਸਰ ਦੇਖਦੇ ਹੈਗੇ ਕਿ ਜਦੋਂ ਅਸੀਂ ਸਿਆਸਤਦਾਨਾਂ ਦੇ ਕੋਲ ਬੈਠੇ ਹੁੰਦੇ ਹਾਂ ਤਾਂ ਜੋ ਸਿਆਸਤਦਾਨਾਂ ਦੀ ਜੁੜਦੀ ਹੁੰਦੀ ਹੈ, ਤਾਂ ਜਿਹੜੇ ਉਹਨਾਂ ਦੇ ਆਸ-ਪਾਸ ਜਿਹੜੀ ਲੌਬੀ ਹੁੰਦੀ ਹੈ, ਉਹ ਭਾਵੇਂ ਉਹ ਸਿਆਸਤਦਾਨ ਦੀ ਗਲਤੀ ਵੀ ਹੋਵੇ, ਉਸ ਨੂੰ ਵੀ ਉਹ ਹੱਲਾਸ਼ੇਰੀ ਦਿੰਦੇ ਹੋਏ ਨਜ਼ਰ ਆਉਂਦੇ ਨੇ। ਨਹੀਂ ਨਵਜੋਤ ਸਿੰਘ ਸਿੱਧੂ ਦੇ ਖਾਸ ਤੌਰ ਦੇ ਉੱਤੇ ਡਾਊਨਫਾਲ ਦਾ ਕੀ ਕਾਰਨ ਰਿਹਾ? ਨਵਜੋਤ ਸਿੰਘ ਸਿੱਧੂ ਦੇ ਡਾਊਨਫਾਲ ਦਾ ਕਾਰਨ ਇਹੀ ਰਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਜੁੜਦੀ ਹੁੰਦੀ ਸੀ, ਉਹਨਾਂ ਨੇ ਕਦੀ ਸਿੱਧੂ ਨੂੰ ਉਹ ਚੀਜ਼ਾਂ ਦਿਖਾਈਆਂ ਹੀ ਨਹੀਂ, ਸਿੱਧੂ ਨੂੰ ਉਹ ਚੀਜ਼ਾਂ ਮਹਿਸੂਸ ਨਹੀਂ ਕਰਾਈਆਂ ਕਿ ਸਿੱਧੂ ਕਿੱਥੇ ਗਲਤ ਹੈ, ਸਿੱਧੂ ਦੀ ਬੋਲਬਾਣੀ ਗਲਤ ਹੈ, ਸਿੱਧੂ ਦਾ ਟੈਂਪਰ ਗਲਤ ਹੈ, ਸਿੱਧੂ ਦੀ ਪੇਸ਼ੈਂਸ ਲੈਵਲ ਗਲਤ ਹੈ। ਉਹ ਚੀਜ਼ਾਂ ਕਦੀ ਸਿੱਧੂ ਦੇ ਤੱਕ ਪਹੁੰਚੀਆਂ ਨਹੀਂ, ਉਹਨਾਂ ਦੇ ਨੂੰ ਉਹ ਅਹਿਸਾਸ ਨਹੀਂ ਕਰਾਇਆ ਗਿਆ। ਇਹ ਗਗਨ ਇਹ ਚੀਜ਼ ਕਹੀ ਜਾਂਦੀ ਹੈ ਸਿਆਸਤਦਾਨਾਂ ਬਾਰੇ, ਕਹਿੰਦੇ ਕਿ ਚੱਕ ਦੋ ਰੱਖ ਲੋ ਵਾਲੇ, ਯਾਨੀ ਕਿ ਚੱਕ ਦੋ ਫੱਟੇ, ਬਹੁਤ ਵਧੀਆ ਪ੍ਰਧਾਨ ਜੀ। ਔਰ ਇਹੋ ਜਿਹੀਆਂ ਚੀਜ਼ਾਂ ਤੋਂ ਪ੍ਰਧਾਨ ਨੂੰ ਗਰੇਜ਼ ਕਰਨਾ ਚਾਹੀਦਾ ਕਿ ਇਹੋ ਜਿਹੇ ਜਿਹੜੇ ਜ਼ਿਆਦਾ ਹੱਲਾਸ਼ੇਰੀ ਦਿੰਦੇ ਹੁਣ ਉਹਨਾਂ ਦੇ ਬਾਰੇ ਫੀਡਬੈਕ ਵੀ ਲੈ ਲੈਣਾ ਚਾਹੀਦਾ। ਇਹੀ ਗੱਲ ਮਨਜਿੰਦਰ ਸਿਰਸਾ ਜਦੋਂ ਛੱਡ ਕੇ ਗਏ ਪ੍ਰੋ ਪੰਜਾਬ ਟੀਵੀ ਤੇ ਇੰਟਰਵਿਊ ਦੌਰਾਨ ਉਹਨਾਂ ਨੇ ਕਹੀ, ਨਾਂ ਤਾਂ ਨਹੀਂ ਲਿਆ ਪਰ 3-4 ਬੰਦੇ ਕਹਿੰਦੇ ਜਿਹੜੇ ਬਾਹਲੇ ਨਾਲ ਰਹਿੰਦੇ ਆ, ਕੁਝ ਮਾਝੇ ਚੋਂ ਹੈ, ਕੋਈ ਮਾਲਵੇ ਚੋਂ ਹੈ, ਕੋਈ ਦੁਆਬੇ ਚੋਂ ਹੈ, ਕਹਿੰਦੇ ਜ਼ਿਆਦਾਤਰ ਦੁਆਬੇ ਚੋਂ ਘੱਟ ਨੇ, ਪਰ ਮਾਝੇ ਤੇ ਮਾਲਵੇ ਵਾਲਿਆਂ ਨੇ ਕਹਿੰਦੇ ਕੰਮ ਖਰਾਬ ਕੀਤਾ, ਮਾਲਵੇ ਚੋਂ ਜ਼ਿਆਦਾ ਸੀ। ਕਹਿੰਦੇ ਜਿਹੜੇ ਨੇੜੇ ਤੇੜੇ ਜ਼ਿਆਦਾ ਰਹਿੰਦੇ ਰਹੇ ਉਹਨਾਂ ਨੂੰ ਸਲਾਹਕਾਰ ਬਦਲਣ ਦੀ ਲੋੜ ਹੈਗੀ ਆ ਬੇਸ਼ੱਕ, ਪਰ ਇਹ ਸਾਰੀਆਂ ਨਿਯੁਕਤੀਆਂ ਤਾਂ ਰੱਦ ਹੋ ਗਈਆਂ। ਸਵਾਲ ਇਹ ਹੈ ਕਿ ਨੇੜੇ ਤੇੜੇ ਵਾਲੇ ਜਿਹੜੇ ਸਲਾਹਕਾਰ ਨੇ ਉਹਨਾਂ ਦਾ ਕੀ ਬਣੂਗਾ? ਕੀ ਵਾਕਈ ਸਲਾਹਕਾਰ ਵੀ ਚੇਂਜ ਹੋਣਗੇ ਜਾਂ ਫਿਰ ਯਥਾ ਸਥਿਤੀ ਰਹਿੰਦੀ ਹੈ ਉਹਨਾਂ ਦੀ? ਬਿਲਕੁਲ ਵਿਕਰਮ, ਤੁਸੀਂ ਤਾਂ ਆਪ ਇਹਨਾਂ ਚੀਜ਼ਾਂ ਦੇ ਵਿੱਚ ਵਿਚਰਦੇ ਹੋ, ਤੁਸੀਂ ਆਪ ਆਫ ਦਾ ਰਿਕਾਰਡ ਸਿਆਸਤਦਾਨਾਂ ਦੇ ਕੋਲ ਬਹਿੰਦੇ ਹੋ, ਸਿਆਸਤਦਾਨਾਂ ਦੇ ਨਾਲ ਗੱਲਬਾਤ ਕਰਦੇ ਹੋ, ਤਾਂ ਤੁਹਾਡੇ ਸਾਹਮਣੇ ਹੀ ਹੈ। ਕਿੰਨੀ ਵਾਰ ਆਪਣੇ ਸਾਹਮਣੇ ਵੀ ਹੋਇਆ ਕਿ ਜਦੋਂ ਅਸੀਂ ਆਫ ਦਾ ਰਿਕਾਰਡ ਵੀ ਕਿਸੇ ਸਿਆਸਤਦਾਨ ਦੇ ਕੋਲ ਬੈਠੇ ਹੁੰਦੇ ਆ, ਤਾਂ ਜਿਹੜੇ ਆਸ-ਪਾਸ ਦੀ ਜਿਹੜੀ ਜੁੰਡਲੀ ਹੁੰਦੀ ਹੈ ਉਹ ਚੱਕ ਲੋ ਧਰ ਲੋ ਵਾਲੀ ਹੁੰਦੀ ਹੈ, ਉਹ ਫੋਕੀ ਵਾਹ ਵਾਲੀ ਵੀ ਹੁੰਦੀ ਹੈ। ਹਾਲਾਂਕਿ ਬਤੌਰ ਪੱਤਰਕਾਰ ਜਦੋਂ ਸਾਡੇ ਤੋਂ ਵੀ ਫੀਡਬੈਕ ਲੈਂਦੇ ਨੇ, ਤਾਂ ਅਸੀਂ ਵੀ ਜੋ ਅਸਲ ਗੱਲਾਂ ਹੁੰਦੀਆਂ ਨੇ, ਅਸਲ ਸੱਚ ਹੁੰਦਾ, ਅਸੀਂ ਉਹ ਦੇਣ ਦੀ, ਉਹ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇੱਥੇ ਤੇ ਤੁਹਾਡੀ ਆਹ ਕਮਜ਼ੋਰੀ ਲੱਗਦੀ ਹੈ। ਤਾਂ ਕਈ ਵਾਰ ਸ਼ਾਇਦ ਉਹ ਡਾਈਜੈਸਟ ਕਰਨੀ ਵੀ ਉਹ ਸਿਆਸਤਦਾਨ ਵਾਸਤੇ ਔਖੀ ਹੋ ਜਾਂਦੀ ਹੈ। ਤਾਂ ਇਹ ਆਪਾਂ ਕਹਿ ਸਕਦੇ ਹਾਂ ਪੋਲਿਟਿਕਸ ਦੇ ਵਿੱਚ ਅਸਲ ਲੀਡਰ ਉਹੀ ਹੈ ਕਿ ਜਿਹੜਾ ਕ੍ਰਿਟਿਸਿਜ਼ਮ ਨੂੰ ਐਕਸੈਪਟ ਕਰੇ, ਜਿਹੜਾ ਕ੍ਰਿਟਿਸਿਜ਼ਮ ਨੂੰ ਸਮਝੇ, ਜਿਹੜਾ ਕ੍ਰਿਟਿਸਿਜ਼ਮ ਦੇ ਉੱਤੇ ਫਿਰ ਅੱਗੇ ਕੰਮ ਕਰਦਾ ਹੋਇਆ ਨਜ਼ਰ ਵੀ ਆਵੇ। ਏਦਾਂ ਨਾ ਹੋਵੇ ਕਿ ਜੇ ਕੋਈ ਕ੍ਰਿਟਿਸਿਜ਼ਮ ਕਰ ਰਿਹਾ, ਕੋਈ ਸਲਾਹ ਦੇ ਰਿਹਾ, ਤਾਂ ਉਹ ਉਸਨੂੰ ਨੈਗੇਟਿਵ ਤੌਰ ਤੇ ਲਵੇ। ਹਮੇਸ਼ਾ ਨੈਗੇਟਿਵ ਕ੍ਰਿਟਿਸਿਜ਼ਮ ਨੂੰ ਪੋਜ਼ਿਟਿਵ ਤੌਰ ਦੇ ਉੱਤੇ ਲੈਣਾ ਚਾਹੀਦਾ ਔਰ ਉਸ ਦੇ ਉੱਤੇ ਇੰਪਲੀਮੈਂਟ ਕਰਨਾ ਚਾਹੀਦਾ ਹੈ। ਬਹੁਤ ਸਾਰੇ ਅਜਿਹੇ ਸਿਆਸਤਦਾਨ ਹੈ ਵੀ ਹੈ
ਕਿ ਜਿਨ੍ਹਾਂ ਨੂੰ ਜੇ ਕ੍ਰਿਟਿਸਿਜ਼ਮ ਉਹਨਾਂ ਦਾ ਦੱਸਿਆ ਜਾਂਦਾ ਹੈ, ਉਹਨਾਂ ਨੂੰ ਨੈਗੇਟਿਵ ਫੀਡਬੈਕ ਦਿੱਤੀ ਜਾਂਦੀ ਤਾਂ ਉਸ ਦੇ ਉੱਤੇ ਉਹ ਪੋਜ਼ਿਟਿਵ ਹੋ ਕੇ ਨਿਕਲ ਕੇ ਨਜ਼ਰ ਵੀ ਆਉਂਦੇ ਨੇ, ਉਸ ਦੇ ਉੱਤੇ ਕੰਮ ਕਰਦੇ ਹੋਏ ਨਜ਼ਰ ਆਉਂਦੇ ਵੀ ਨੇ। ਤਾਂ ਦੇਖਣਾ ਹੋਊਗਾ ਕਿ ਲੰਬਾ ਹੁਣ ਸਮਾਂ ਅਕਾਲੀ ਦਲ ਦੇ ਵਾਸਤੇ ਜ਼ਰੂਰ ਹੈ, 5 ਸਾਲ ਦੇਖਣੇ ਨੇ ਕਿਵੇਂ ਅਕਾਲੀ ਦਲ ਨੇ ਰਿਵਾਈਵ ਕਰਨਾ ਹੈ। ਬਿਲਕੁਲ ਬਿਲਕੁਲ ਖਾਸ ਤੌਰ ਦੇ ਉੱਤੇ ਸਿੱਖ ਗਲਿਆਰਿਆਂ ਦੇ ਵਿੱਚ, ਸਿੱਖ ਬੁੱਧੀਜੀਵੀਆਂ ਦੇ ਵਿੱਚ, ਸਿੱਖ ਲੋਕ ਵਿੱਚ ਹੀ ਜ਼ਿਕਰ ਹੁੰਦਾ ਕਿ ਪੰਥ ਦੀ ਪਾਰਟੀ ਜਿਹੜੀ ਕਦੀ ਆਪਣੇ ਆਪ ਨੂੰ ਕਹਾਉਂਦੀ ਸੀ, ਅੱਜ ਕਿੱਥੇ ਆ ਗਈ ਹੈ, ਕਿੱਥੇ ਹਾਸ਼ੀਏ ਦੇ ਉੱਤੇ ਚਲੀ ਗਈ ਹੈ। ਬਿਲਕੁਲ ਖਾਸ ਤੌਰ ਦੇ ਉੱਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਇਹ ਬਿਆਨ ਦੇਣਾ ਪੈ ਰਿਹਾ ਕਿ ਐਸਜੀਪੀਸੀ ਕਮਜ਼ੋਰ ਹੋ ਚੁੱਕੀ ਹੈ, ਕਿਉਂਕਿ ਕਿਸ ਤਰੀਕੇ ਨਾਲ ਕਿੰਨਾ ਹੱਕਾਂ ਦੇ ਵਿੱਚ ਐਸਜੀਪੀਸੀ ਵੀ ਖੇਡ ਰਹੀ ਹੈ, ਕਿਸ ਤਰੀਕੇ ਦੇ ਨਾਲ ਹੁਣ ਇਹ ਅਦਾਰੇ ਬਣ ਕੇ ਰਹਿ ਗਏ ਨੇ। ਇਹ ਤਸਵੀਰ ਸਭ ਦੇ ਸਾਹਮਣੇ ਹੈ। ਬਿਲਕੁਲ ਬਿਲकुल ਗਗਨ, ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਸਾਂਝਾ ਕਰਨ ਦੇ ਲਈ। ਤਾਂ ਗਗਨਦੀਪ ਸਿੰਘ ਸਾਡੇ ਨਾਲ ਸਨ, ਮੇਰੇ ਸਹਿਯੋਗੀ। ਔਰ ਇਸ ਤੋਂ ਪਹਿਲਾਂ ਜਗਮੀਤ ਸਿੰਘ ਬਰਾੜ ਹੋਣਾ ਦੇ ਨਾਲ ਅਸੀਂ ਗੱਲਬਾਤ ਕੀਤੀ। ਜਗਮੀਤ ਬਰਾੜ ਹੋਣਾ ਨੇ ਵੀ ਸਾਫ਼ ਤੌਰ ਤੇ ਕਿਹਾ ਹੈ ਕਿ ਇਹ ਫੈਸਲਾ ਜਿਹੜਾ ਪਹਿਲਾਂ ਲੈਣਾ ਚਾਹੀਦਾ ਸੀ, ਤਾਂ ਵੱਡਾ ਫੈਸਲਾ ਲਿਆ ਸ਼੍ਰੋਮਣੀ ਅਕਾਲੀ ਦਲ ਨੇ। ਦੇਖਣਾ ਹੋਏਗਾ ਕਿ ਇਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਰਿਵਾਈਵਲ ਹੁੰਦਾ ਹੈ ਜਾਂ ਨਹੀਂ, ਜਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦਾ ਸਟੈਂਡ ਕੀ ਰਹਿਣ ਵਾਲਾ ਹੈ। ਪਰ ਨਵੇਂ ਚਿਹਰਿਆਂ ਨੂੰ ਦੱਸਿਆ ਜਾ ਰਿਹਾ ਮੌਕਾ ਦਿੱਤਾ ਜਾਏਗਾ। ਸੁਖਬੀਰ ਸਿੰਘ ਬਾਦਲ ਖੁਦ ਫੀਲਡ ਦੇ ਵਿੱਚ ਉਤਰ ਰਹੇ ਨੇ। ਹੁਣ ਕਿਹਾ ਜਾ ਰਿਹਾ ਕਿ ਲਗਾਤਾਰ ਪੰਜਾਬ ਦੇ ਦੌਰਿਆਂ ਤੇ ਰਹਿਣਗੇ ਸੁਖਬੀਰ ਸਿੰਘ ਬਾਦਲ, ਔਰ ਉਸੇ ਤਰੀਕੇ ਨਾਲ ਜਿਵੇਂ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਜਾਂ ਫਿਰ ਸੁਖਬੀਰ ਸਿੰਘ ਬਾਦਲ ਹੋਣਾ ਨੇ ਅੱਜ ਤੋਂ 30 ਸਾਲ ਪਹਿਲਾਂ ਵਰਕਿੰਗ ਸ਼ੁਰੂ ਕੀਤੀ ਸੀ, ਉਸੇ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਫੀਲਡ ਦੇ ਵਿੱਚ ਵਿਚਰਦੇ ਨਜ਼ਰ ਆਉਣਗੇ। ਦਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ।